ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਇਸ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਵਿੱਚ ਹਾਜ਼ਰ ਹੋਣ ਲਈ ਜੀ। ਸਭ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ। ਸੋ ਆਓ ਰੋਜ਼ਾਨਾ ਦੀ ਤਰ੍ਹਾਂ ਆਪਾਂ ਇਸ ਕੈਂਪ ਦੀ ਆਰੰਭਤਾ ਕਰਦੇ ਹਾਂ ਜਾਪ ਸੇਵਾ ਤੋਂ। ਅੱਜ ਦੀ ਜਾਪ ਸੇਵਾ ਲੈਣਗੇ ਗੁਰਵੀਰ ਸਿੰਘ ਜੀ, EPP ਨੰਬਰ 15561 ਮੋਗਾ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ आपने बहुत ही ਵਧੀਆ ਤਰੀਕੇ ਦੇ ਨਾਲ ਜੋ ਜਾਪ ਸੇਵਾ ਦੀ ਹਾਜ਼ਰੀ ਉਹ ਲਗਵਾਈ ਹੈ ਜੀ। ਵਾਹਿਗੁਰੂ ਜੀ ਇਸੇ ਤਰ੍ਹਾਂ ਆਪ ਜੀ ਨੂੰ ਗੁਰਬਾਣੀ ਦੇ ਨਾਲ ਜੋੜੀ ਰੱਖਣ ਜੀ। ਸੋ ਆਓ ਇਸ ਤੋਂ ਬਾਅਦ ਅੱਜ ਦੀ ਕੀਰਤਨ ਸੇਵਾ ਦੀ ਹਾਜ਼ਰੀ ਲਗਵਾਉਣਗੇ ਹਰਮਨਪ੍ਰੀਤ ਕੌਰ ਜੀ ਜੈਤੋ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਔਖੀ ਕੜੀ ਨਾ ਦੇਖਣ ਦੇਈ, ਔਖੀ ਕੜੀ ਨਾ ਦੇਖਣ ਦੇਈ, ਔਖੀ ਕੜੀ ਨਾ ਦੇਖਣ ਦੇਈ, ਔਖੀ ਕੜੀ ਨਾ ਦੇਖਣ ਦੇਈ। ਆਪਣਾ ਬਿਰਦ ਸਮਾਲੇ, ਆਪਣਾ ਬਿਰਦ ਸਮਾਲੇ, ਔਖੀ ਘੜੀ ਨਾ ਦੇਖਣ ਦੇਈ, ਔਖੀ ਘੜੀ ਨਾ ਦੇਖਣ ਦੇਈ। हाथ दे राखे अपने को, सास सास प्रित पाले, सास सास प्रित पाले, औखी घड़ी ना देखण देई, औखी घड़ी ना देखण देई। अपना बिरद समाले, अपना बिरद समाले, औखी घड़ी ना देखण देई, औखी घड़ी ना देखण देई। वाहिगुरु जी का खालसा वाहिगुरु जी की फतेह जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਬਹੁਤ ਹੀ ਸੁਰੀਲੀ ਆਵਾਜ਼ ਦੇ ਵਿੱਚ ਤੁਸੀਂ ਕੀਰਤਨ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਆਓ ਆਪਾਂ ਵੱਧਦੇ ਹਾਂ ਅੱਜ ਦੇ ਕੈਂਪ ਦੇ ਪਹਿਲੇ ਸੈਸ਼ਨ ਦੇ ਵੱਲ। ਅੱਜ ਦਾ ਕੈਂਪ ਦਾ ਪਹਿਲਾ ਸੈਸ਼ਨ ਲੈਣਗੇ ਵਾਈਸੀ ਬਹਾਦਰ ਸਿੰਘ ਜੀ ਜੌਨ ਧੂਰੀ ਤੋਂ, ਜਿਨ੍ਹਾਂ ਦਾ ਵਿਸ਼ਾ ਹੈ ਜੀ ਸ਼ਬਦ ਵਿਚਾਰ ਸ਼ਲੋਕ ਮਹੱਲਾ 9ਵਾਂ। ਵਾਈਸੀ ਬਹਾਦਰ ਸਿੰਘ ਜੀ 26 ਸ਼ਲੋਕ ਤੋਂ ਲੈ ਕੇ 32 ਸ਼ਲੋਕ ਤੱਕ ਆ ਸਾਨੂੰ ਵਿਆਖਿਆ ਕਰਵਾਉਣਗੇ ਜੀ। ਸੋ ਪਿਆਰੇ ਬੱਚਿਓ ਤੇ ਆਪ ਜੀ ਦੇ ਮਾਤਾ ਪਿਤਾ, ਐਜੂਕੇਟ ਪੰਜਾਬ ਪ੍ਰੋਜੈਕਟ ਦੀ ਸਮੂਹ ਟੀਮ, ਜੋ ਕਿ ਆਪਾਂ ਪਿਛਲੇ ਕਾਫੀ ਸਮੇਂ ਤੋਂ ਗੁਰਬਾਣੀ ਦੇ ਗੁਰਮਤਿ ਦੇ ਕੈਂਪਾਂ ਵਿੱਚ ਹਾਜ਼ਰੀ ਭਰ ਰਹੇ ਹਾਂ ਤੇ ਪਿਛਲੇ 2 ਦਿਨ ਤੋਂ ਲੈ ਕੇ 9ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ, ਜੋ ਕਿ ਆਪਾਂ ਭੋਗ ਦੇ ਸਮੇਂ ਸ਼ਲੋਕ ਗੁਰੂ ਸਾਹਿਬ ਜੀ ਦੀ ਬਾਣੀ ਦੇ ਪੜ੍ਹਦੇ ਸੁਣਦੇ ਹਾਂ, ਉਹਨਾਂ ਦੀ ਵਿਚਾਰ ਨਾਲ ਆਪਾਂ ਅੱਜ ਸ਼ਲੋਕ 26 ਤੋਂ ਲੈ ਕੇ 34 ਤੱਕ ਵਿਚਾਰ ਕਰਨ ਦੀ ਸੰਖੇਪ ਵਿੱਚ ਕੋਸ਼ਿਸ਼ ਕਰਾਂਗੇ। ਸੋ ਆਓ ਸਭ ਤੋਂ ਪਹਿਲਾਂ ਸਾਰੇ ਹੀ ਰਲ ਮਿਲ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਦੁਹਰਾਓ। ਸਾਰੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬੇਟੀ ਹਰਮਨਪ੍ਰੀਤ ਕੌਰ ਜੀ ਨੇ ਸ਼ਬਦ ਪੜਿਆ। ਬੇਟੇ
ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਜਦੋਂ ਬੇਟੇ ਤੁਸੀਂ ਇਹ ਪੂਰੇ ਸ਼ਬਦ ਦੇ ਅਰਥ ਪੜੋਗੇ, ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਰਹਾਉ, ਕਿਸੇ ਵੀ ਸ਼ਬਦ ਨੂੰ ਜੀ ਆਪਾਂ ਜਦੋਂ ਵਿਚਾਰਦੇ ਹਾਂ, ਜਿਹੜਾ ਰਹਾਉ ਵਾਲਾ ਬੰਦ ਹੁੰਦਾ ਉਹ ਸਵਾਲ ਦਾ, ਪੂਰੇ ਸ਼ਬਦ ਦਾ ਜੋ ਗੁਰੂ ਸਾਹਿਬ ਉਹ ਚ ਦੱਸਣਾ ਚਾਹੁੰਦੇ ਆ ਬੇਟੇ, ਉਹਦਾ ਸਵਾਲ ਹੁੰਦਾ ਹੈ। ਤੇ ਹੁਣ ਇੱਥੇ ਗੁਰੂ ਸਾਹਿਬ ਨੇ ਇਹ ਸ਼ਬਦ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਜਿਹੜੇ ਮਨੁੱਖ ਪ੍ਰਮਾਤਮਾ ਨਾਲ ਜੁੜਦੇ ਆ, ਗਿਆਨ ਨਾਲ ਜੁੜਦੇ ਆ, ਦੇਖੋ ਬੇਟੇ ਤੁਸੀਂ ਸਕਰੀਨ ਤੇ ਸਾਰਾ ਸ਼ਬਦ ਦੇਖੋ, ਜਿੱਥੇ ਰਹਾਉ ਲਿਖਿਆ ਹੈ ਨਾ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਇਹ ਅਕਸਰ ਸ਼ਬਦ ਬੇਟੇ ਬਹੁਤ ਵਾਰ ਆਪਾਂ ਹੁਕਮਨਾਮੇ ਦੇ ਰੂਪ ਚ ਸੁਣਦੇ ਆ। ਆਦ ਅੰਤ, ਆਦਾ ਅੰਤ ਤੋਂ ਅੰਤ ਤੱਕ, ਮਤਲਬ ਜਿਹੜਾ ਮੇਰੇ ਨਾਲ ਸਦਾ ਸਹਾਈ ਹੈ, ਜਿਹੜਾ ਮੇਰੀ ਹਰ ਸਮੇਂ ਮਦਦ ਕਰਦਾ ਹੈ। ਮੀਤ ਦਾ ਅਰਥ ਹੈ ਮਿੱਤਰ। ਵੀ ਜਦੋਂ ਗਿਆਨ ਗੁਰੂ ਦਾ ਮੇਰਾ ਮਿੱਤਰ ਬਣ ਗਿਆ, ਭਾਵ ਮੇਰੀ ਵਿਚਾਰ ਸ਼ਬਦ ਨਾਲ ਮੇਰੀ ਸਾਂਝ ਪੈ ਗਈ ਸੁਰਤ ਦੀ, ਉਸ ਤੋਂ ਬਾਅਦ ਇਹਦਾ ਅਰਥ ਬੇਟੇ ਤੁਸੀਂ ਇਹ ਵੀ ਕਰ ਸਕਦੇ ਹੋ ਵੀ ਜਿਹੜੇ ਮਨੁੱਖ, ਜਿਹੜੇ ਬੱਚੇ ਗੁਰੂ ਦੀ ਗੁਰਬਾਣੀ ਦੀ ਗੱਲ ਮੰਨਦੇ ਹੈ, ਗੁਰਬਾਣੀ ਮੁਤਾਬਕ ਜੀਵਨ ਜਿਉਂਦੇ ਆ, ਜਾਂ ਗੁਰੂ ਨੂੰ ਜਿਨ੍ਹਾਂ ਨੇ ਮਿੱਤਰ ਬਣਾ ਲਿਆ, ਉਹਨਾਂ ਨੂੰ ਔਖੀ ਘੜੀ ਨਹੀਂ ਦੇਖਣ ਦਿੰਦੇ ਗੁਰੂ ਸਾਹਿਬ। ਕਿਉਂਕਿ ਉਹਨਾਂ ਦਾ ਜਿਉਣਾ, ਖਾਣਾ ਪੀਣਾ, ਚੱਲਣਾ, ਹਰ ਇੱਕ ਚੀਜ਼ ਜਿਹੜੀ ਟਾਈਮ ਟੇਬਲ ਦੇ ਵਿੱਚ ਗੁਰੂ ਦੇ ਭੈ ਪਿਆਰ ਵਿੱਚ ਵਿਚਰਦਾ ਹੈ, ਤਾਂ ਉਹਨਾਂ ਨੂੰ ਗੁਰੂ ਜੀ ਔਖੀ ਘੜੀ ਨਹੀਂ ਦੇਖਣ ਦਿੰਦੇ। ਤੇ ਕਿਤੇ ਗੁਰਬਾਣੀ ਵਿੱਚ ਇਹ ਵੀ ਆਉਂਦਾ ਬੇਟੇ ਵੀ ਬੜੇ ਬੱਚੇ, ਜਦੋਂ ਆਪਣਾ ਕੋਈ ਨਾ ਕੋਈ ਟੌਪਿਕ ਚੱਲਦਾ, ਇੱਕ ਬੱਚੇ ਵਾਰ-ਵਾਰ ਇਹ ਗੱਲ ਬੇਟੇ ਤੁਸੀਂ ਸਾਰੇ ਰਿਪੀਟ ਕਰ ਰਹੇ ਹੁੰਦੇ ਹੋ ਕਿ ਗੁਰਬਾਣੀ ਪੜ੍ਹਨ ਨਾਲ ਸਾਡਾ ਮਨ ਬਦਲਦਾ ਹੈ, ਗੁਰਬਾਣੀ ਨਾਲ ਸਾਨੂੰ ਗੁਰੂ ਦੀ ਕਿਰਪਾ ਮਿਲਦੀ ਹੈ, ਮੇਰਾ ਮਨ ਨਹੀਂ ਟਿਕਦਾ। ਬੜੇ ਸਵਾਲ ਨੇ, ਆਪਾਂ ਲਾਸਟ ਤੇ ਸਵਾਲ ਵੀ ਕਰਾਂਗੇ। ਅਸਲ 'ਚ ਬੇਟੇ ਗੁਰਬਾਣੀ ਅਸੀਂ ਪੜ੍ਹਨੀ ਹੀ ਇਹਨਾਂ ਪ੍ਰੋਬਲਮਾਂ ਨੂੰ ਦੂਰ ਕਰਨ ਲਈ ਹੈ। ਜੇ ਕਈ ਬੱਚੇ ਕਹਿੰਦੇ ਮੇਰਾ ਮਨ ਨਹੀਂ ਲੱਗਦਾ, ਜੇ ਮਨ ਹੀ ਲੱਗ ਗਿਆ ਫਿਰ ਬੇਟੇ ਗੁਰਬਾਣੀ ਆਪਾਂ ਕਾਹਦੇ ਲਈ ਪੜ੍ਹਨੀ। ਸੋ ਕੋਸ਼ਿਸ਼ ਕਰੀਏ ਅਸੀਂ ਔਖੀ ਘੜੀ ਵਿੱਚ ਆਪਣੀ ਜ਼ਿੰਦਗੀ ਨਾ ਜਿਉਈਏ, ਗਿਆਨ ਨਾਲ ਰਹਿ ਕੇ ਬੇਟੇ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰੀਏ। ਸੋ ਅੱਜ ਆਪਣਾ ਪਹਿਲਾ ਸ਼ਲੋਕ ਹੈ, ਪ੍ਰਾਣੀ ਕਸੂ ਨਾ ਚੇਤਈ, ਮਦ ਮਾਇਆ ਕੈ ਅੰਧ, ਕਹੋ ਨਾਨਕ ਬਿਨ ਹਰ ਭਜਨ, ਪਰਤ ਤਾਹੇ ਜਮ ਫੰਦ। ਇੱਕ ਬੱਚਿਓ ਤੁਸੀਂ ਸਾਰੇ ਇਹ ਗੱਲ ਕਾਪੀ ਤੇ ਨੋਟ ਕਰਨੀ ਹੈ, ਕਾਪੀ ਤੇ ਕਰ ਲਓ। ਵੈਸੇ ਯਾਦ ਰੱਖ ਸਕਦੇ ਹੋ ਤਾਂ ਯਾਦ ਵੀ ਰੱਖਿਓ, ਸੌਖੀ ਜੀ ਹੈ। ਵੀ ਜਿੱਥੇ ਵੀ ਗੁਰਬਾਣੀ ਦੇ ਅੰਦਰ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਪਿਛਲੇ ਸ਼ਲੋਕਾਂ ਦੇ ਵਿੱਚ ਮੀਮ ਦੀ ਗੱਲ ਕੀਤੀ ਹੈ, ਮੱਛੀ ਦੀ ਗੱਲ ਕੀਤੀ ਹੈ, ਅੱਗੇ ਸ਼ਲੋਕਾਂ ਦੇ ਵਿੱਚ ਕੁੱਕਰ ਦੀ ਵੀ ਗੱਲ ਹੋਣੀ ਹੈ, ਕੁੱਤੇ ਦੀ ਗੱਲ, ਕੁੱਕਰ ਮੀਨਜ ਕੁੱਤਾ। ਜਿੱਥੇ ਵੀ ਗੁਰਬਾਣੀ ਦੇ ਅੰਦਰ ਬੇਟੇ ਜਿਹੜੇ ਨਾਮ ਆਉਂਦੇ ਹੈ ਹਨਾ, ਕਿਤੇ ਕਾਂ ਦੀ ਗੱਲ ਆਉਂਦੀ ਹੈ, ਕਿਤੇ ਦਰਖਤ ਦੀ ਗੱਲ ਆਉਂਦੀ ਹੈ, ਕਿਤੇ ਹਾਥੀ ਦਾ ਜ਼ਿਕਰ ਆਉਂਦਾ ਹੈ, ਇਹ ਸਾਰੀਆਂ ਉਦਾਹਰਨਾਂ ਨੇ ਗੁਰੂ ਸਾਹਿਬ ਨੇ ਦਿੱਤੀਆਂ ਪਸ਼ੂ ਪੰਛੀਆਂ ਜਾਨਵਰਾਂ ਦੀਆਂ, ਪਰ ਗੱਲ ਉੱਥੇ ਮਨੁੱਖ ਦੀ ਹੋ ਰਹੀ ਹੈ, ਧਿਆਨ 'ਚ ਰੱਖਿਓ ਸਾਰੇ। ਸੋ ਗੁਰੂ ਸਾਹਿਬ ਇੱਥੇ ਅਰਥ ਵਿੱਚ ਆਪਾਂ ਸਮਝ ਰਹੇ ਹਾਂ ਜੋ ਇਹ ਅਰਥ ਲਿਖੇ ਨੇ। ਇੱਕ ਨਾ ਬੇਟੇ ਗੁਰਬਾਣੀ ਦੇ ਅਰਥ ਜਿਹੜੇ ਲਿਖੇ ਹੁੰਦੇ ਆ, ਉਦੋਂ ਬਾਅਦ ਭਾਵ ਅਰਥ ਬਣਦਾ ਗੁਰਬਾਣੀ ਨੂੰ ਸਮਝਣ ਲਈ। ਦੇਖੋ ਤੁਸੀਂ ਹੁਣ ਜਿਹੜਾ ਇਹ ਅੱਖਰੀ ਅਰਥ ਲਿਖਿਆ ਸਾਰੇ ਸਕਰੀਨ ਤੇ ਜੋ ਆਪਣੇ ਸਾਹਮਣੇ ਹੈ, ਗੁਰਬਾਣੀ ਦੀ ਪੰਕਤੀ ਦਾ ਅਰਥ ਇਹ ਹੈ, ਸੰਸਾਰੀ ਪਦਾਰਥਾਂ ਦੀ ਸ਼ਰਾਬ ਦਾ ਅੰਨਾ ਕੀਤਾ ਹੋਇਆ ਫਾਨੀ ਬੰਦਾ ਥੋੜਾ ਜਿਹਾ ਵੀ ਆਪਣੇ ਸਾਈਂ ਦਾ ਸਿਮਰਨ ਨਹੀਂ ਕਰਦਾ। ਗੁਰੂ ਜੀ ਫਰਮਾਉਂਦੇ ਹਨ, ਵਾਹਿਗੁਰੂ ਦੀ ਬੰਦਗੀ ਦੇ ਬਗੈਰ ਮੌਤ ਦੀ ਫਾਹੀ ਉਸਦੇ ਦੁਆਲੇ ਆ ਪੈਂਦੀ ਹੈ। ਇਹ ਅਰਥ ਬੇਟੇ ਪੰਕਤੀਆਂ 'ਚ ਹੈ ਨਾ। ਇੱਥੇ ਜ਼ਿਕਰ ਕੀਤਾ ਸ਼ਰਾਬ ਦਾ, ਪ੍ਰਾਣੀ ਕਛੂ ਨਾ ਚੇਤੀ, ਮਦ ਮਾਇਆ ਕੇ ਅੰਧ। ਮਦ ਮੀਨਜ ਸ਼ਰਾਬ। ਕੱਲਾ ਮਨੁੱਖ ਬੇਟੇ ਸ਼ਰਾਬ ਦੇ ਵਿੱਚ ਇਹ ਨਹੀਂ ਹੈਗਾ ਵੀ ਕੱਲਾ ਸ਼ਰਾਬ ਦੇ ਵਿੱਚ ਹੀ ਅੰਨਾ ਹੋਇਆ ਵੈ। ਕਿਤੇ ਨਾ ਕਿਤੇ ਆਪਾਂ ਨੋਟ ਕਰਿਓ ਬੱਚਿਓ ਸਾਰੇ, ਕਿਤੇ ਅਸੀਂ ਅੱਖਾਂ ਹੈਗੀਆਂ, ਆਪਾਂ ਅੰਨਾ ਕਿਹਨੂੰ ਕਹਿੰਦੇ ਜਿਹਦੀ ਅੱਖਾਂ ਨਹੀਂ ਹੈਗੀਆਂ ਨਾ, ਪਰ ਸਾਡੇ ਅੱਖਾਂ ਹੈਗੀਆਂ। ਕਿਤੇ ਅਸੀਂ ਅੱਖਾਂ ਰਾਹੀਂ ਅੰਨੇ ਹੋ ਜਾਂਦੇ ਹਾਂ, ਕੰਨਾਂ ਰਾਹੀਂ ਬੋਲੇ ਹੋ ਜਾਂਦੇ ਹਾਂ, ਜੀਭ ਰਾਹੀਂ ਗਲਤ ਹੋ ਜਾਂਦੇ ਹਾਂ ਨਾ। ਅਸਲ ਦੇ ਵਿੱਚ ਗੁਰੂ ਸਾਹਿਬ ਨੇ ਉਦਾਹਰਨ ਇੱਥੇ ਕੱਲੀ ਜ਼ਿਕਰ ਸ਼ਰਾਬ ਦਾ ਕੀਤਾ, ਮਤਲਬ ਇਹ ਨਹੀਂ ਵੀ ਸ਼ਰਾਬੀਆਂ ਲਈ ਹੈ।
ਸੰਸਾਰ ਦੇ ਪਦਾਰਥ ਜਿੰਨੇ ਵੀ ਸਾਡੇ ਕੋਲ ਮਟੀਰੀਅਲ ਹੈ, ਜੋ ਅਸੀਂ ਮਾਣ ਰਹੇ ਹਾਂ, ਜੇ ਉਹਨਾਂ ਦੇ ਵਿੱਚ ਰਹਿ ਕੇ ਸਾਡੇ ਜੀਵਨ ਵਿੱਚ ਸਮਝ ਨਹੀਂ ਹੈ, ਗੁਰੂ ਦਾ ਗਿਆਨ ਨਹੀਂ ਹੈ, ਤਾਂ ਅਸੀਂ ਉਹ ਜ਼ਿੰਦਗੀ ਨੂੰ ਜਿਉਂ ਨਹੀਂ ਰਹੇ। ਗਲ ਦੇ ਵਿੱਚ ਮੌਤ ਦੀ ਫਾਹੀ ਲਿਖਿਆ ਨਾ ਅਖੀਰ ਵਿੱਚ। ਭਾਵ ਕੀ ਹੋ ਗਿਆ ਬੇਟੇ ਇਹਦਾ, ਵੀ ਮੌਤ ਦੀ ਤਰ੍ਹਾਂ ਜ਼ਿੰਦਗੀ ਜਿਉਂ ਰਿਹਾ। ਹੁਣ ਜਿਹੜੇ ਘਰ ਵਿੱਚ ਬੇਟੇ ਲੜਾਈ ਕਲੇਸ਼, ਇੱਕ ਦੂਜੇ ਦੇ ਨਾਲ ਵਿਚਾਰ ਨਹੀਂ ਮਿਲਦੇ, ਆਪਸ ਵਿੱਚ ਪਰਿਵਾਰ ਦਾ ਪਿਆਰ ਨਹੀਂ ਹੈ, ਘਰ ਵਿੱਚ ਸਭ ਕੁਝ ਪਦਾਰਥ ਹੈ, ਪਰ ਉਹ ਉੱਥੇ ਮਾਹੌਲ ਕਿਸ ਤਰ੍ਹਾਂ ਦਾ ਬਣਿਆ ਹੋਇਆ। ਗੁਰੂ ਸਾਹਿਬ ਕਹਿੰਦੇ ਵੀ ਇਹਨਾਂ ਦੇ ਵਿੱਚ ਕਿਤੇ ਅੰਨਾ ਨਾ ਹੋ ਜੀ ਤੂੰ। ਅੰਨੇ ਦਾ ਮਤਲਬ ਸੱਚ ਨੂੰ ਸੱਚ ਕਹਿਣਾ, ਸੱਚ ਤੇ ਸਟੈਂਡ ਲੈਣਾ, ਆਪਣੇ ਜੀਵਨ ਨੂੰ ਇਸ ਤਰੀਕੇ ਨਾਲ ਜਿਉਣਾ ਹੈ ਕਿ ਪਦਾਰਥ ਸਾਡੀ ਜ਼ਿੰਦਗੀ ਦੀ ਲੋੜ ਹੈ, ਪੈਸਾ ਬੇਟੇ ਸਾਡੀ ਲੋੜ ਹੈ, ਰੋਟੀ ਕੱਪੜਾ ਮਕਾਨ ਸਾਨੂੰ ਚਾਹੀਦਾ ਹੈ, ਪਰ ਇਹਨਾਂ ਦੇ ਵਿੱਚ ਅਸੀਂ ਅੰਨੇ ਨਹੀਂ ਹੋਣਾ। ਹੁਣ ਅੰਨੇ ਦੀ ਇੱਕ ਹੋਰ ਐਗਜ਼ਾਮਪਲ ਲੈ ਲਓ ਬੇਟੇ, ਕਈ ਤੁਹਾਡੇ ਘਰਾਂ ਦੇ ਵਿੱਚ ਜਾਂ ਆਂਢ ਗੁਆਂਢ ਦੇ ਵਿੱਚ ਕਿਸੇ ਪੇਰੈਂਟਸ ਨੇ ਬੇਬੇ ਬਾਪੂ ਨੂੰ ਅਲੱਗ ਕਰਕੇ ਬਿਠਾਇਆ ਹੋਇਆ ਹੈ, ਜਾਂ ਉਹਨਾਂ ਨਾਲ ਉਹਨਾਂ ਦੀ ਬੋਲਬਾਣੀ ਨਹੀਂ ਹੈ ਆਪਸ ਵਿੱਚ, ਬੱਚੇ ਦਾਦਾ ਦਾਦੀ ਕੋਲ ਨਹੀਂ ਜਾਂਦੇ, ਭਰਾ ਭਰਾ ਨਾਲ ਨਹੀਂ ਬੋਲ ਰਿਹਾ, ਇਹਦਾ ਮਤਲਬ ਵੀ ਕਿ ਉਹਦੇ ਸਾਹਮਣੇ ਉਹਦੇ ਮਾਂ-ਬਾਪ ਅੱਖਾਂ ਦੇ ਨਹੀਂ ਹੈਗੇ। ਅੱਖਾਂ ਤੋਂ ਦਿਸ ਰਿਹਾ ਨਾ ਮਾਂ-ਬਾਪ ਹੈ, ਤੁਹਾਡਾ ਚਾਚਾ ਤਾਇਆ ਵੀ ਹੈ, ਪਰ ਕਿਹੜੀ ਚੀਜ਼ ਨੇ ਇਹਨਾਂ ਕੀਤਾ ਹੋਇਆ? ਪਦਾਰਥ ਨੇ, ਵੀ ਇਹਨੂੰ ਇਹ ਮਿਲ ਗਿਆ ਮੈਨੂੰ ਨਹੀਂ ਮਿਲਿਆ। ਸੋ ਇਹਨਾਂ ਪਦਾਰਥਾਂ ਨੂੰ ਬੇਟੇ ਧਿਆਨ ਰੱਖਣਾ, ਆਪਾਂ ਗਿਆਨ ਨੂੰ ਧਿਆਨ 'ਚ ਰੱਖਣਾ, ਤੇ ਫਿਰ ਮੌਤ ਦੀ ਫਾਹੀ ਤੋਂ ਅਸੀਂ ਬਚ ਜਾਵਾਂਗੇ ਜੀ। ਸੋ ਅਗਲਾ ਜਿਹੜਾ ਸ਼ਲੋਕ ਹੈ ਜੀ ਆਪਣਾ 27 ਨੰਬਰ, ਜੋ ਸੁਖ ਕਉ ਚਾਹੇ ਸਦਾ ਸਰਨ ਰਾਮ ਕੀ ਲੇ, ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇ। ਹੁਣ ਪਹਿਲੇ ਸ਼ਲੋਕ ਦੇ ਵਿੱਚ ਬੇਟੇ ਗੁਰੂ ਸਾਹਿਬ ਨੇ ਕਿਹੜੀਆਂ ਕਿਹੜੀਆਂ ਸਾਡੀਆਂ ਪ੍ਰੋਬਲਮਾਂ ਨੇ ਉਹਨਾਂ ਦੀ ਗੱਲ ਕੀਤੀ। ਹੁਣ ਅਗਲਾ ਜਿਹੜਾ ਸ਼ਲੋਕ ਆ ਉਹਦੇ ਵਿੱਚ ਗੁਰੂ ਜੀ ਦਾ ਹੱਲ ਦੱਸਦੇ ਆ ਵੀ ਜੇ ਤੂੰ ਇਹਨਾਂ ਪ੍ਰੋਬਲਮਾਂ ਤੋਂ ਬਚਣਾ ਹੈ, ਠੀਕ ਹੈ, ਜਿਹੜੇ ਪਦਾਰਥ ਵਿੱਚ, ਜਿਹੜੇ ਮਾਇਆ ਦੇ ਨਸ਼ੇ ਵਿੱਚ ਤੂੰ ਉਲਝਿਆ ਹੋਇਆ, ਦੇਖੋ ਪਹਿਲਾਂ ਤਾਂ ਉਲਝੇ ਦੀ ਗੱਲ ਦੱਸਤੀ, ਹੁਣ ਗੁਰੂ ਸਾਹਿਬ ਕਹਿੰਦੇ ਜੇ ਤੂੰ ਇਹ ਚੋਂ ਨਿਕਲਣਾ ਚਾਹੁੰਦਾ, ਆਪਣੇ ਆਪ ਨੂੰ ਬਾਹਰ ਕੱਢਣਾ ਚਾਹੁੰਦਾ, ਫਿਰ ਇਹ ਕਰ, ਕੀ ਕਰ? ਜੋ ਸੁਖ ਕਉ ਚਾਹੇ ਸਦਾ ਸਰਨ ਰਾਮ ਕੀ ਲੇ। ਰਾਮ ਦੀ ਸ਼ਰਨ ਕਹਿ ਲੋ, ਪ੍ਰਮਾਤਮਾ ਦੀ ਸ਼ਰਨ ਕਹਿ ਲੋ, ਵਾਹਿਗੁਰੂ ਦੀ ਓਟ ਕਹਿ ਲੋ, ਪ੍ਰਮਾਤਮਾ ਦਾ ਸਹਾਰਾ ਕਹਿ ਲੋ, ਸ਼ਬਦ ਬੇਟੇ ਕੋਈ ਵੀ ਵਰਤ ਲੋ, ਵੀ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾ, ਜਿਹਨੂੰ ਆਪਾਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਹੁਕਮ ਰਜਾਈ ਚੱਲਣਾ। ਹੁਣ ਸਾਰੇ ਬੱਚੇ ਬੇਟੇ ਨੋਟ ਕਰੋ, ਜਦੋਂ ਅਸੀਂ ਕਹਿੰਦੇ ਆ ਨਾ ਵੀ ਰੱਬ ਦੀ ਰਜਾ ਵਿੱਚ ਚੱਲਣ ਨਾਲ ਮਨੁੱਖ ਸੌਖਾ ਹੋ ਜਾਂਦਾ ਹੈ, ਹੁਣ ਇੱਥੇ ਇਹ ਸਾਡੇ ਲਈ ਸਵਾਲ ਖੜਾ ਹੋ ਜਾਂਦਾ ਹੈ ਵੀ ਮੈਂ ਰੱਬ ਦੀ ਰਜਾ ਵਿੱਚ ਚੱਲਣਾ ਚਾਹੁੰਦਾ, ਪਰ ਮੈਂ ਰੱਬ ਨੂੰ ਕਿੱਥੋਂ ਲੱਭਾਂ? ਹੁਣ ਜਿੰਨੇ ਬੇਟੇ ਤੁਸੀਂ ਬੱਚੇ ਕੈਂਪ ਲਾ ਰਹੇ ਹੋ, ਸਾਰੇ ਦੇ ਸਾਰੇ ਤੁਹਾਡੇ ਕੋਲੇ ਰੱਬ ਕਿੱਥੇ ਹੈ? ਮਾਤਾ ਪਿਤਾ ਦੇ ਰੂਪ ਵਿੱਚ ਰੱਬ ਹੈ। ਜੇ ਤੁਸੀਂ ਮਾਤਾ ਪਿਤਾ ਦੇ ਕਹਿਣੇ ਵਿੱਚੋਂ ਤੁਹਾਡੇ ਸੁਭਾਅ, ਤੁਹਾਡਾ ਕੰਮ ਕਰਨ ਦਾ ਤਰੀਕਾ, ਤੁਸੀਂ ਆਪਣੀ ਹਰ ਗੱਲ, ਹਰ ਪ੍ਰੋਬਲਮ ਮਾਤਾ ਪਿਤਾ ਨਾਲ ਸ਼ੇਅਰ ਕਰਦੇ ਹੋ, ਕਿਉਂਕਿ ਪ੍ਰਮਾਤਮਾ ਨੇ ਜਿਹੜਾ ਸਾਡਾ ਮਾਂ-ਬਾਪ ਹੈ ਉਹ ਰੱਬ ਦੇ ਰੂਪ ਵਿੱਚ, ਰੱਬ ਸਾਡੇ ਰਿਸ਼ਤਿਆਂ ਵਿੱਚ ਹੈ ਬੇਟੇ, ਰੱਬ ਸਾਡੇ ਰਿਸ਼ਤਿਆਂ ਵਿੱਚ ਹੈ। ਅੱਜ ਜਿਹੜਾ ਬੱਚਾ ਰਾਮ, ਹੁਣ ਇੱਥੇ ਪਹਿਲੀ ਪੰਕਤੀ ਦੇਖੋ ਬੇਟੇ, ਸਦਾ ਕਿਹਦੀ ਸ਼ਰਨ 'ਚ ਰਹਿ? ਰਾਮ ਦੀ ਸ਼ਰਨ 'ਚ। ਰਾਮ ਮਤਲਬ ਪ੍ਰਮਾਤਮਾ, ਪ੍ਰਮਾਤਮਾ ਕਿੱਥੇ ਹੈ? ਸਾਡੇ ਰਿਸ਼ਤਿਆਂ ਵਿੱਚ। ਹੁਣ ਜਿਹੜਾ ਬੱਚਾ, ਜਿਹੜਾ ਵੱਡੇ ਬੱਚੇ ਜੇ ਬੇਟੇ, ਜਿਹੜੇ ਤੁਸੀਂ ਵੱਡੇ ਬੇਟੀਆਂ ਬੇਟੇ ਹੋ, 10ਵੀਂ 11ਵੀਂ 12ਵੀਂ ਉੱਪਰਲੀਆਂ ਕਲਾਸਾਂ ਵਾਲੇ, ਜਿਹੜਾ ਬੱਚਾ ਰਾਮ ਨੂੰ, ਪ੍ਰਮਾਤਮਾ ਦਾ ਗਿਆਨ, ਮਤਲਬ ਕਿ ਰੱਬ ਮੇਰੇ ਮਾਂ-ਬਾਪ ਦੇ ਵਿੱਚ ਹੈ, ਮੈਂ ਰੱਬ ਨੂੰ ਧੋਖਾ ਨਹੀਂ ਦੇਣਾ, ਰੱਬ ਦੇ ਓਟ ਆਸਰੇ ਵਿੱਚ ਰਹਿਣਾ, ਮਤਲਬ ਮਾਂ-ਬਾਪ ਦੇ ਨਾਲ ਇਮਾਨਦਾਰੀ ਰੱਖਣੀ ਹੈ, ਮੈਂ ਮਨ ਦੇ ਤਲ ਤੇ ਬੇਈਮਾਨ ਨਹੀਂ ਹੋਣਾ, ਉਹਨਾਂ ਨੂੰ ਧੋਖਾ ਨਹੀਂ ਦੇਣਾ। ਜਿਹੜਾ ਇਸ ਤਰੀਕੇ ਨਾਲ ਸੋਚਦਾ ਉਹ ਰੱਬ ਦੀ ਓਟ ਆਸਰੇ ਵਿੱਚ ਚੱਲ ਰਿਹਾ। ਤੇ ਹੁਣ ਇੱਕ ਫਿਜ਼ੀਕਲੀ ਪਾਠ ਨਿਤਨੇਮ ਵੀ ਕਰ ਰਿਹਾ, ਗੁਰਦੁਆਰੇ ਵੀ ਜਾ ਰਿਹਾ, ਪਰ ਜਿਹੜਾ ਰਿਸ਼ਤੇ ਵਾਲਾ ਰੱਬ ਹੈ, ਮਾਂ-ਬਾਪ, ਭੈਣ ਭਰਾ, ਉਹਨਾਂ ਨੂੰ ਮਨ ਦੇ ਤਲ ਤੇ ਧੋਖਾ ਦੇ ਰਿਹਾ। ਤਾਂ ਬੇਟੇ ਜਿਹੜੇ ਰਾਮ ਦੀ, ਜਿਹੜੇ ਪ੍ਰਮਾਤਮਾ ਦੀ ਰਮੇ ਹੋਏ ਦੀ ਗੱਲ ਗੁਰੂ ਜੀ ਨੇ ਕੀਤੀ ਹੈ, ਤਾਂ ਉਹ ਉਸ ਨੂੰ ਨਹੀਂ ਮੰਨ ਰਿਹਾ ਪ੍ਰੈਕਟਿਕਲ। ਗੁਰੂ ਜੀ ਫਰਮਾਉਂਦੇ ਹਨ, ਤੂੰ ਸਰਵਣ ਕਰ ਹੇ ਬੰਦੇ, ਮੁਸ਼ਕਲ ਨਾਲ ਹੱਥ ਲੱਗਣ ਵਾਲੀ ਹੈ ਇਹ ਮਨੁੱਖੀ ਕਾਇਆ। ਕਾਇਆ ਮੀਨਜ ਬੇਟੇ ਜਿਹੜਾ ਸਾਨੂੰ ਇਹ ਸਰੀਰ ਮਿਲਿਆ, ਮਾਨੁੱਖਾ ਦੇਹੀ ਮਿਲੀ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ ਭਈ ਪ੍ਰਾਪਤ ਮਾਨੁਖ ਦੀ ਹਰੀਆ, ਗੋਬਿੰਦ ਮਿਲਣ ਕੀ ਤੇਰੀ ਵਰੀਆ। ਇਸ ਮਨੁੱਖਾ ਦੇਹੀ ਵਿੱਚ ਰਹਿ ਕੇ ਜਿਹੜੇ ਤੇਰੇ ਰਿਸ਼ਤੇ ਨੇ, ਜਿਹੜੀਆਂ ਤੇਰੀਆਂ ਜ਼ਿੰਮੇਵਾਰੀਆਂ ਨੇ, ਜਿਹੜੇ ਤੇਰੇ ਫਰਜ਼ ਨੇ, ਉਹਨਾਂ ਨੂੰ ਮਾਣ
ਤੇ ਰਿਸ਼ਤਿਆਂ ਵਾਲੇ ਰੱਬ ਦੇ ਰੂਪ ਦੇ ਕਹਿਣੇ ਵਿੱਚ ਚੱਲ, ਹਰ ਦੁੱਖ ਸੁੱਖ ਆਪਣੇ ਆਪ ਨਾਲ ਸਾਂਝੀ ਕਰ, ਹਰ ਇੱਕ ਦੇ ਅੰਦਰ ਰੱਬ ਦੇਖ। ਟੀਚਰ ਦੇ ਅੰਦਰ ਰੱਬ, ਕਿਤੇ ਜਨਮ ਦੇਣ ਮਾਤਾ ਪਿਤਾ ਦੇ ਰੂਪ ਚ ਰੱਬ ਆਇਆ, ਭੈਣ ਭਰਾ ਦੇ ਰੂਪ ਵਿੱਚ ਰੱਬ ਖਿਡਾਉਣ ਆਇਆ, ਟੀਚਰ ਦੇ ਰੂਪ ਵਿੱਚ ਰੱਬ ਸਾਨੂੰ ਬੇਟੇ ਪੜ੍ਹਾਉਣ ਆਇਆ, ਪਤੀ ਪਤਨੀ ਦੇ ਰੂਪ ਵਿੱਚ ਰੱਬ ਇੱਕ ਦੂਜੇ ਦੀ ਨਾਲ ਜ਼ਿੰਦਗੀ ਜਿਉਣ ਆਇਆ, ਵਡੇਪੇ ਵਿੱਚ ਪੇਰੈਂਟਸ ਬੁੱਢੇ ਹੋ ਗਏ, ਹੁਣ ਰੱਬ ਬੱਚਿਆਂ ਦੇ ਰੂਪ ਵਿੱਚ ਉਹਨਾਂ ਦੀ ਸੇਵਾ ਕਰਨ ਆਇਆ। ਪਰ ਜਦੋਂ ਬੇਟੇ ਤੁਸੀਂ ਇਹਨਾਂ ਰਿਸ਼ਤਿਆਂ ਨੂੰ ਦੇਖੋਗੇ ਨਾ, ਤੁਸੀਂ ਆਪਣੇ ਆਪਣੇ ਘਰ ਚਾਂਢ ਗੁਆਂਢ ਚ ਨਿਗਾਹ ਜ਼ਰੂਰ ਮਾਰਿਓ ਇਹ ਗੱਲ ਤੇ, ਵੀ ਜਿਹੜੇ ਇਹ ਰਿਸ਼ਤਿਆਂ ਵਾਲਾ ਰੱਬ ਹੈ ਨਾ, ਇੱਥੇ ਬਹੁਤ ਪ੍ਰੋਬਲਮਾਂ ਨੇ। ਇੱਥੇ ਜਦੋਂ ਰੱਬ ਬੱਚਿਆਂ ਦੇ ਰੂਪ ਚ ਸੇਵਾ ਕਰਨ ਆਇਆ ਸੀ, ਉਦੋਂ ਬੇਬੇ ਬਾਪੂ ਬਜ਼ੁਰਗ ਅੱਡ ਕਰਕੇ ਬਿਠਾ ਦਿੱਤੇ ਹੈ। ਜਦੋਂ ਪਤੀ ਪਤਨੀ ਦੇ ਰੂਪ ਵਿੱਚ ਇੱਕ ਦੂਜੇ ਨਾਲ ਰਹਿਣ ਆਇਆ, ਉੱਥੇ ਉਹ ਲੜਾਈ ਝਗੜਾ ਕਰਨ ਲੱਗ ਗਿਆ ਰੱਬ। ਜਦੋਂ ਭੈਣ ਭਰਾਵਾਂ ਨਾਲ ਜਿਨ੍ਹਾਂ ਨਾਲ ਖੇਡਦਾ ਸੀ ਨਿੱਕਾ ਹੁੰਦਾ, ਅੱਜ ਉਹਨਾਂ ਨਾਲੋਂ ਬੋਲਣਾ ਹਟ ਗਿਆ। ਇਹ ਰੱਬ ਤੋਂ ਮਨੁੱਖ ਬਾਗੀ ਹੋ ਗਿਆ, ਤੇ ਜਿਹੜਾ ਬਿਲਡਿੰਗ ਵਿੱਚ ਇੱਕ ਜਗ੍ਹਾ ਪ੍ਰਮਾਤਮਾ, ਜਿਹੜਾ ਧਾਰਮਿਕ ਸਥਾਨ ਤੇ ਜਾ ਕੇ ਮਨੁੱਖ ਰੱਬ ਨੂੰ ਮੰਨਦਾ ਹੈ, ਉੱਥੇ ਬੰਦਾ ਡਰਦਾ ਹੈ, ਉੱਥੇ ਬੰਦਾ ਮਿੱਠਾ ਮਿੱਠਾ ਬੋਲਦਾ ਹੈ। ਪਰ ਅਸਲੀ ਜ਼ਿੰਦਗੀ ਵਿੱਚ ਮਨੁੱਖ ਦੇਹ ਹੈ ਜਿਹੜੀ ਬੇਟੇ ਸਾਨੂੰ ਮਿਲੀ, ਇਹਨੂੰ ਅਸੀਂ ਮੰਨਣਾ ਹੈ ਪ੍ਰਮਾਤਮਾ ਦੇ ਨਾਲ ਜੁੜ ਕੇ, ਮਤਲਬ ਆਪਣੇ ਆਪੇ ਨਾਲ ਜੁੜ ਕੇ। ਅਗਲਾ ਜਿਹੜਾ ਆਪਣਾ ਸ਼ਲੋਕ ਹੈ, ਮਾਇਆ ਕਾਰਨ ਭਾਵਹਿ ਮੂਰਖ ਲੋਗ ਅਜਾਨ, ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸੁਰਾਨ। ਪਿਛਲੇ ਸ਼ਲੋਕ ਦੇ ਵਿੱਚ ਬੇਟੇ ਗੁਰੂ ਸਾਹਿਬ ਨੇ ਹੱਲ ਦੱਸਿਆ ਸੀ ਕਿ ਤੂੰ ਉਹ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾਓ। ਗੱਲ ਆਪਾਂ ਸਾਰੀ ਕਰ ਲਈ ਨਾ। ਹੁਣ ਅਗਲੀ ਗੱਲ ਇਹਦੇ ਨਾਲ ਫੇਰ ਜੁੜਦੀ ਹੈ ਵੀ ਕਿਹੜੀ ਪ੍ਰੋਬਲਮ ਕਰਕੇ ਜਿਹੜੇ ਲੋਕ ਨੇ, ਮੂਰਖ ਮਨੁੱਖ ਜਿਹੜੇ ਨੇ, ਉਹ ਆਪਣੀ ਜੀਵਨ ਨੂੰ ਵਿਅਰਥ ਗਵਾ ਰਹੇ ਨੇ। ਨੋਟ ਕਰੋ ਬੱਚਿਓ, ਇੱਥੇ ਜਿਹੜੇ ਅਰਥ ਲਿਖੇ ਆ ਤੁਸੀਂ ਇਹੀ ਅਰਥ ਪੜ੍ਹੋ ਨਾਲ ਨਾਲ ਬੇਟੇ। ਪਹਿਲਾ ਹੈਗਾ ਧਨ ਦੌਲਤ, ਦੂਜੇ ਨੰਬਰ ਤੇ ਗੁਰੂ ਸਾਹਿਬ ਨੇ ਇੱਥੇ ਜਿਹੜੇ ਅਰਥ ਕੀਤੇ ਹੈ ਬੇਵਕੂਫ ਅਤੇ ਬੇਸਮਝ ਬੰਦੇ। ਅੱਗੇ ਲਿਖਿਆ ਗੁਰੂ ਜੀ ਆਖਦੇ ਹਨ, ਸੁਆਮੀ ਦੇ ਸਿਮਰਨ ਦੇ ਬਗੈਰ ਉਹਨਾਂ ਦੀ ਉਮਰ ਬੇਅਰਥ ਬੀਤ ਜਾਂਦੀ ਹੈ। ਹੁਣ ਬੱਚਿਓ ਜਿੰਨੀ ਜਿੰਨੀ ਤੁਹਾਡੀ ਉਮਰ ਨਿਕਲ ਗਈ ਹੈ ਨਾ, ਜਿੰਨੇ ਆਪਾਂ ਕੈਂਪ ਕਲਾਸ ਸੁਣ ਰਹੇ ਹਾਂ ਹੁਣ ਹਾਜ਼ਰ ਆਪਾਂ, ਜਿੰਨੀ ਜਿੰਨੀ ਸਾਡੀ ਉਮਰ ਨਿਕਲੀ ਹੈ, ਜਿੰਨੇ ਤੁਸੀਂ ਬੱਚੇ ਪੜ੍ਹ ਰਹੇ ਹੋ, ਤੁਹਾਡਾ ਪੜ੍ਹਾਈ ਕਰਨ ਦਾ ਏਮ 100 ਚੋਂ 99 ਬੱਚਿਆਂ ਦਾ ਇਹ ਹੈ, ਵਿੱਚ ਹੀ ਮੈਂ ਹਨਾ, ਵੀ ਮੈਨੂੰ ਪੜ੍ਹਾਈ ਕਰਕੇ ਨੌਕਰੀ ਮਿਲੇ, ਜਾਂ ਮੈਂ ਬਾਹਰ ਚਲਿਆ ਜਾਵਾਂ, ਜਾਂ ਮੈਂ ਕੋਈ ਇੱਥੇ ਰੁਜ਼ਗਾਰ ਮਿਲ ਜੇ, ਮੈਨੂੰ ਧਨ ਦੌਲਤ ਮਿਲੇ। ਠੀਕ ਹੈ ਜੀ। ਪਰ ਗੁਰੂ ਸਾਹਿਬ ਕਹਿੰਦੇ ਵੀ ਧਨ ਦੌਲਤ ਤੈਨੂੰ ਗੁਜ਼ਾਰੇ ਲਈ ਜ਼ਰੂਰੀ ਹੈ, ਪਰ ਬੇਵਕੂਫ ਅਤੇ ਬੇਸਮਝ ਬੰਦਾ ਨਹੀਂ ਬਣਨਾ। ਹੁਣ ਧਨ ਦੌਲਤ ਹੋਣਾ ਬੇਟੇ ਸਾਡੀ ਜ਼ਿੰਦਗੀ ਦੀ ਲੋੜ ਹੈ, ਇਹ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ, ਪਰ ਇਹਦੇ ਪਿੱਛੇ ਨਹੀਂ ਦੌੜਨਾ। ਹੁਣ ਜਦੋਂ ਬੇਟੇ ਮੈਂ ਜਿਹੜੀ ਪਿਛਲੀ ਤੁਹਾਡੇ ਨਾਲ ਗੱਲ ਕਰੀ ਸੀ, ਉੱਥੇ ਮੈਂ ਫੇਰ 1 ਮਿੰਟ ਲਈ ਵਾਪਸ ਆ ਰਿਹਾ ਵੀ ਜੇ ਅੱਜ ਭਰਾ ਨਾਲ ਨਹੀਂ ਬੋਲ ਰਿਹਾ, ਉਹ ਤੁਹਾਨੂੰ ਦੇਖਣਾ ਪੈਣਾ ਵੀ ਕੀ ਪ੍ਰੋਬਲਮ ਕਿਹੜੀ ਚੀਜ਼ ਦੀ ਹੈ। ਪਿਆਰ ਤਾਂ ਬਹੁਤ ਕਰਦੇ ਸੀ ਇੱਕ ਦੂਜੇ ਨੂੰ, ਤਾਂ ਉਹਨਾਂ ਦੇ ਵਿੱਚ ਧਨ ਦੌਲਤ, ਕਿਸੇ ਨੇ ਆਪਣੀ ਬੇਟੀ ਦੀ ਸ਼ਾਦੀ ਕੀਤੀ, ਰਿਸ਼ਤਾ ਲੱਭਿਆ, ਜਵਾਈ ਲੱਭਿਆ ਹਨਾ, ਤਾਂ ਉਹਨਾਂ ਨੇ ਉਹਨਾਂ ਤੋਂ ਮੰਗ ਕੇ ਦਾਜ ਲਿਆ। ਉਦੋਂ ਪਹਿਲਾਂ ਜਿਹੜਾ ਉਹਨਾਂ ਦੇ ਘਰ ਵਿੱਚ ਰਿਸ਼ਤਾ ਆਇਆ ਸੀ, ਜਿਹੜਾ ਉਹਨਾਂ ਦੇ ਘਰ ਦੇ ਵਿੱਚ, ਉਹ ਉਹਨਾਂ ਨੂੰ ਕਿਉਂ ਨਹੀਂ ਫਿੱਟ ਬੈਠਿਆ? ਕਿਉਂਕਿ ਜਿੰਨਾ ਉਹਨਾਂ ਨੂੰ ਧਨ ਦੌਲਤ ਚਾਹੀਦਾ ਸੀ ਉਹਨਾਂ ਮਿਲਿਆ ਨਹੀਂ। ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਕੀ ਕਿਹਾ? ਕਹਿੰਦੇ ਜਿਹੜੇ ਬੇਵਕੂਫ ਤੇ ਬੇਸਮਝ ਬੰਦੇ ਨੇ ਨਾ, ਮੂਰਖ ਲੋਕ ਹਨਾ, ਵੀ ਉਹ ਇਸ ਚੀਜ਼ ਪਿੱਛੇ ਦੌੜਦੇ ਨੇ। ਪਰ ਗੁਰੂ ਜਦੋਂ ਬੇਟੇ ਸਾਡੇ ਕੋਲ ਗਿਆਨ ਹੋਏਗਾ ਨਾ, ਸਮਝ ਹੋਏਗੀ, ਉਦੋਂ ਅਸੀਂ ਜਿਹੜੀ ਸਾਡੀ ਰਿਕੁਆਇਰਮੈਂਟ ਹੋਏਗੀ, ਉਦੋਂ ਇਹ ਹੋਏਗੀ ਵੀ ਚੰਗੇ ਗੁਣਾਂ ਵਾਲਾ ਬੱਚਾ ਸਾਡਾ ਰਿਸ਼ਤਾ ਬਣੇ, ਚੰਗੀ ਸਮਝ ਵਾਲਾ ਬਣੇ, ਤੇ ਧਨ ਦੌਲਤ ਅਸੀਂ ਜ਼ਿੰਦਗੀ ਵਿੱਚ ਕਮਾ ਲਾਂਗੇ। ਉਹ ਤਾਂ ਕਮਾ ਹੀ ਲੈਣਾ ਬੇਟੇ। ਸੋ ਇੱਕ ਬੇਟੇ ਮੈਂ ਹੋਰ ਤੁਹਾਡੇ ਨਾਲ ਗੱਲ ਇਹਦੇ ਨਾਲ ਜੁੜਦੀ ਸ਼ੇਅਰ ਕਰਦਾ। ਕੁਛ ਦਿਨ ਪਹਿਲਾਂ ਨਾ ਇੱਕ ਪ੍ਰੋਗਰਾਮ ਸੀ ਮੇਰਾ ਕਥਾ ਦਾ, ਕਿਉਂਕਿ ਤੁਹਾਡੇ ਨਾਲ ਤੁਹਾਡੇ ਪੇਰੈਂਟਸ ਵੀ ਬੱਚਿਆਂ ਦੇ ਬੈਠੇ ਆ, ਮੈਂ ਉੱਥੇ ਗੱਲ ਸ਼ੇਅਰ ਕੀਤੀ ਸੀ, ਮਰਗ ਦਾ ਭੋਗ ਸੀ, ਵੀ ਅੱਜ ਜਿਸ ਪੈਸੇ ਕਰਕੇ, ਧਨ ਦੌਲਤ ਕਰਕੇ ਅਸੀਂ ਜਿਹੜੀ ਗੱਲ ਤੋਂ ਸਾਨੂੰ ਗੁਰੂ ਸਾਹਿਬ ਬਾਹਰ ਕੱਢਣਾ ਚਾਹੁੰਦੇ ਆ, ਜਿਹੜਾ ਸਾਡਾ ਲਾਲਚ
ਵਾਲਾ ਕੁੱਤਾ ਸਾਡੇ ਅੰਦਰ ਭੌਂਕ ਰਿਹਾ। ਤੇ ਉੱਥੇ ਬੇਟੇ ਮੈਂ ਇਹ ਗੱਲ, ਜਿੰਨੇ ਵੀ ਮੇਰੇ ਭੈਣ ਭਰਾ ਤੁਸੀਂ ਸਾਰੇ ਪੇਰੈਂਟਸ ਸੁਣ ਰਹੇ ਹੋ, ਉੱਥੇ ਗੱਲ ਮੈਂ ਸਾਂਝੀ ਕੀਤੀ ਸੀ ਕਿ ਜਿਸ ਮਾਇਆ ਕਰਕੇ ਅੱਜ ਅਸੀਂ ਆਪਣੇ ਰਿਸ਼ਤਿਆਂ ਨਾਲੋਂ ਟੁੱਟੇ ਹੋਏ ਹਾਂ, ਹੋ ਸਕਦਾ ਹੈ ਸਾਡਾ ਬੱਚਾ ਕੱਲ ਨੂੰ ਆਈਲੈਟਸ ਕਰਕੇ, ਪੜ੍ਹਾਈ ਕਰਕੇ ਪੈਸਾ ਬਹੁਤ ਕਮਾ ਲੇ, ਹੈ ਨਾ ਜੀ, ਬਾਹਰ ਚਲਿਆ ਜਾਏ। ਪਰ ਜੇਕਰ ਪੈਸਾ ਬਾਅਦ ਵਿੱਚ ਵੀ ਕਮਾਇਆ ਜਾ ਸਕਦਾ ਹੈ, ਪਰ ਜਿਹੜੇ ਸਾਡੇ ਅੱਜ ਰਿਸ਼ਤੇ ਨੇ, ਬੇਬੇ ਬਾਪੂ, ਭੈਣ ਭਰਾ, ਇਹ ਭੈਣੋ ਵੀਰੋ ਬੱਚਿਓ ਨੋਟ ਕਰਿਓ, ਇਹ ਸਾਨੂੰ ਦੁਬਾਰਾ ਨਹੀਂ ਮਿਲਣੇ। ਪੈਸਾ ਕਮਾਇਆ ਜਾ ਸਕਦਾ ਹੈ, ਧਨ ਦੌਲਤ ਦੀ ਖਾਤਰ ਅਸੀਂ ਇਹਨਾਂ ਨਾਲੋਂ ਨਹੀਂ ਟੁੱਟਣਾ। ਧਨ ਦੌਲਤ ਅਸੀਂ ਬਾਅਦ ਚ ਵੀ ਕਮਾ ਸਕਦੇ ਹਾਂ। ਹੋ ਸਕਦਾ ਮੈਂ ਨਹੀਂ ਕਮਾਏ ਪੈਸੇ, ਮੇਰੇ ਤੋਂ ਨਹੀਂ ਕਮਾਏ ਗਏ, ਹੋ ਸਕਦਾ ਮੇਰਾ ਬੱਚਾ ਪੜ੍ਹਾਈ ਕਰਕੇ ਉਹ ਮੇਰੇ ਨਾਲੋਂ ਵੱਧ ਕਮਾ ਲੇ, ਕਮਾ ਸਕਦਾ ਜੀ। ਪਰ ਜੇ ਮੈਂ, ਜਿਹੜੇ ਮੇਰੇ ਕੋਲੋਂ ਮਾਂ-ਬਾਪ, ਭੈਣ ਭਰਾ ਚਲੇ ਗਏ, ਬੇਬੇ ਬਾਪੂ ਚਲੇ ਗਏ ਬੇਟੇ, ਉਹ ਦੁਬਾਰਾ ਨਹੀਂ ਸਾਨੂੰ ਮਿਲਦੇ। ਇਸ ਕਰਕੇ ਅਸੀਂ ਕੋਸ਼ਿਸ਼ ਕਰਨੀ ਹੈ ਆਪਣੀ ਜਿਹੜੀ ਜ਼ਿੰਦਗੀ ਹੈ ਨਾ, ਹੁਣ ਦੇਖੋ ਜਿਨ੍ਹਾਂ ਦੀ ਆਪਸ ਵਿੱਚ ਬਣਦੀ ਨਹੀਂ ਨਾ ਰਿਲੇਸ਼ਨ, ਜਿਨ੍ਹਾਂ ਦੇ ਸਹੀ ਨਹੀਂ, ਉਹ ਅਖੀਰਲੀ ਪੰਕਤੀ ਪੜ੍ਹੋ, ਉਹਨਾਂ ਦੀ ਉਮਰ ਬੇਅਰਥ ਬੀਤ ਜਾਂਦੀ ਹੈ। ਜਿਨ੍ਹਾਂ ਦੀ ਮਾਤਾ ਪਿਤਾ ਦੀ ਸਾਂਭ ਸੰਭਾਲ ਨਹੀਂ ਹੁੰਦੀ, ਭੈਣ ਭਰਾਵਾਂ ਦੀ ਨਹੀਂ ਬਣਦੀ, ਉਮਰ ਉਹਨਾਂ ਦੀ 40-40 ਸਾਲ ਹੋ ਗਈ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਣੀ ਰੂਪ ਚ ਕਹਿੰਦੇ, ਦੇਖੋ ਭਾਈ ਬੇਵਕੂਫ ਅਤੇ ਬੇਸਮਝ ਬੰਦਿਓ, ਸਮਝ ਜੋ ਤੁਹਾਡੀ ਇੰਨੀ ਜ਼ਿੰਦਗੀ ਇੱਕ ਦੂਜੇ ਤੋਂ ਬਿਨਾਂ ਨਿਕਲ ਗਈ, ਤੇ ਧਨ ਦੌਲਤ ਦੀ ਖਾਤਰ ਆਪਣੇ ਰਿਸ਼ਤੇ ਨੂੰ ਖਤਮ ਨਾ ਕਰੋ। ਠੀਕ ਹੈ ਬੇਟੇ, ਚਲੋ ਜੀ ਅਗਲਾ ਸ਼ਲੋਕ ਹੈ ਆਪਣਾ 29 ਨੰਬਰ। ਜੋ ਪ੍ਰਾਣੀ ਨਿਸ ਦਿਨ ਭਜੈ, ਰੂਪ ਰਾਮ ਤਿਹ ਜਾਨ, ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਅਰਥ ਬੇਟੇ ਦੇ ਅੱਖਰੀ ਅਰਥ ਇਹ ਬਣਦੇ ਆ ਜੋ ਆਪਾਂ ਸਕਰੀਨ ਤੇ ਦੇਖ ਰਹੇ ਹਾਂ। ਜੋ ਜੀ ਦਿਨ ਮਤਲਬ ਜਿਹਦਾ ਧਿਆਨ ਪਰਮਾਤਮਾ ਵੱਲ ਹੈ, ਉਸ ਦਾ ਤਾਂ ਉਸ ਨੂੰ ਉਸ ਦਾ ਸਰੂਪ ਹੀ ਸਮਝ, ਰੱਬ ਦੇ ਗੋਲੇ ਅਤੇ ਰੱਬ ਦੇ ਵਿਚਕਾਰ ਕੋਈ ਫਰਕ ਨਹੀਂ। ਨਾਨਕ ਤੂੰ ਇਸ ਨੂੰ ਸੱਚ ਕਰਕੇ ਸਮਝ। ਜੋ ਪ੍ਰਾਣੀ, ਸੋ ਬੇਟਾ ਜਿਹੜਾ 29ਵਾਂ ਸ਼ਲੋਕ ਆਪਾਂ ਪੜ੍ਹ ਸਮਝ ਰਹੇ ਹਾਂ, ਜੋ ਪ੍ਰਾਣੀ ਨਿਸ ਦਿਨ ਭਜੈ, ਰੂਪ ਰਾਮ ਤਿਹ ਜਾਨ, ਹਰ ਜਨ ਅੰਤਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਜਿਹੜਾ ਮਨੁੱਖ ਨਿਸ ਦਿਨ ਮਤਲਬ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਨੂੰ ਧਿਆਨ ਚ ਰੱਖਦਾ ਹੈ, ਉਹਦੇ ਤੇ ਰੱਬ ਚ ਕੋਈ ਫਰਕ ਨਹੀਂ। ਰੱਬ ਤੇ ਰੱਬ ਦੇ ਬੰਦਿਆਂ ਚ ਕੋਈ ਫਰਕ ਨਹੀਂ। ਕਿਉਂਕਿ ਬੇਟੇ ਗੱਲ ਉੱਥੇ ਫੇਰ ਮੁੜ ਕੇ ਉਹਦੇ ਨਾਲ ਹੀ ਜੁੜਦੀ ਹੈ ਜਿਹੜੀ ਆਪਾਂ ਵਿਚਾਰੀ ਹੈ, ਵੀ ਜਿਹੜਾ ਮਨੁੱਖ ਪ੍ਰਮਾਤਮਾ ਨੂੰ ਨਿਸ ਦਿਨ ਭਜੈ, ਹਰ ਵੇਲੇ ਪ੍ਰਮਾਤਮਾ ਦੇ ਗੁਣਾਂ ਨੂੰ, ਗੁਰਬਾਣੀ ਦੀ ਸਮਝ ਨੂੰ ਧਿਆਨ ਚ ਰੱਖਦਾ ਹੈ, ਉਹ ਕਿਸੇ ਨਾਲ ਕੁਝ ਗਲਤ ਕਰ ਹੀ ਨਹੀਂ ਸਕਦਾ। ਕਿਉਂਕਿ ਉਹਦੇ ਦਿਮਾਗ ਚ ਕੀ ਹੈ ਵੀ ਜਿਹੜੀ ਸ਼ਕਤੀ ਮੇਰੇ ਅੰਦਰ ਹੈ, ਸਾਹਮਣੇ ਵਾਲੇ ਦੇ ਅੰਦਰ ਵੀ ਉਹੀ ਹੈ। ਮੈਂ ਠੱਗੀ, ਧੋਖਾ, ਬੇਈਮਾਨੀ ਕਰਾਂ ਤਾਂ ਕਿਹਦੇ ਨਾਲ ਕਰਾਂ। ਜਦੋਂ ਸੱਚਮੁੱਚ ਇਹ ਚੀਜ਼ ਅਸੀਂ ਐਕਸੈਪਟ ਕਰ ਲਈ ਵੀ ਹਾਂ ਪ੍ਰਮਾਤਮਾ ਹਰ ਇੱਕ ਦੇ ਅੰਦਰ ਹੈ, ਉਹ ਕੁਦਰਤੀ ਨਿਯਮ ਨੇ ਜਿਹੜੇ, ਪ੍ਰਕਿਰਤੀ ਹੈ, ਵਾਹਿਗੁਰੂ ਹੈ, ਮੈਂ ਧੋਖਾ ਕਿਸੇ ਨਾਲ ਕਰ ਹੀ ਨਹੀਂ ਸਕਦਾ। ਕਿਉਂਕਿ ਹਜੇ ਅਸੀਂ ਗੁਰੂ ਸਾਹਿਬ ਕਹਿੰਦੇ ਦੇ ਬਕਾਰ ਅਨਕ ਪੜਦੇ, ਮੈਂ ਵੀ ਜਿਹੜੇ ਪਰਦੇ ਦੇ ਅੰਦਰ ਬਕਾਰ ਕਰਦਾ ਨਾ, ਉਹ ਤੂੰ ਇਹ ਸਮਝਦਾ ਵੀ ਮੈਨੂੰ ਕਿਹੜਾ ਕੋਈ ਇੱਥੇ ਦੇਖ ਰਿਹਾ, ਮੈਂ ਇਕੱਲਾ ਹੀ ਹਾਂ। ਸੋ ਇਸ ਕਰਕੇ ਬੇਟੇ ਪ੍ਰਮਾਤਮਾ ਨੂੰ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਹਨਾ, ਗੁਰੂ ਮੇਰੇ ਨਾਲ ਹੈ, ਮਤਲਬ ਗੁਰੂ ਦਾ ਦਿੱਤਾ ਹੋਇਆ ਗਿਆਨ ਮੇਰੇ ਨਾਲ ਹੈ। ਇਸ ਕਰਕੇ ਸੱਚੇ ਗਿਆਨ ਦੇ ਨਾਲ ਅਸੀਂ ਜੁੜਨਾ ਹੈ, ਇਹ ਸੱਚ ਆਪਣੀ ਜੀਵਨ ਚ ਕਮਾਉਣਾ ਹੈ, ਇਹ ਸਮਝ ਲੈਣੀ ਹੈ ਅਸੀਂ ਗੁਰਬਾਣੀ ਤੋਂ। ਅਗਲਾ ਸ਼ਲੋਕ ਹੈ ਜੀ 30 ਨੰਬਰ। ਮਨ ਮਾਇਆ ਮੈਂ ਫਦ ਰਹਿਓ, ਬਿਸਰਿਓ ਗੋਬਿੰਦ ਨਾਮ, ਕਹੋ ਨਾਨਕ ਬਿਨ ਹਰ ਭਜਨ, ਜੀਵਨ ਕੌਣੇ ਕਾਮ। ਮਾਇਆ ਵਿੱਚ ਉਲਝਿਆ ਹੋਇਆ ਬੰਦਾ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ। ਜੀਵਨ ਦੇ ਆਨੰਦ ਨੂੰ ਇੰਜ ਭੁੱਲ ਕੇ ਜਿਉਣਾ ਬੇਕਾਰ ਹੈ। ਇਨਸਾਨ, ਜੋ ਬੇਟੇ ਸਕਰੀਨ ਤੇ ਅਰਥ ਨੇ, ਇਨਸਾਨ ਧਨ ਦੌਲਤ ਅੰਦਰ ਫਸਿਆ ਹੋਇਆ ਹੈ, ਉਸਨੇ ਪ੍ਰਭੂ ਦੇ ਨਾਮ ਨੂੰ ਭੁਲਾ ਦਿੱਤਾ ਹੈ। ਗੁਰੂ ਜੀ ਆਖਦੇ ਹਨ, ਸਵਾਮੀ ਦੇ ਸਿਮਰਨ ਬਗੈਰ ਇਹ ਮਨੁੱਖਾ ਜ਼ਿੰਦਗੀ ਕਿਸੇ ਕੰਮ ਦੀ ਨਹੀਂ ਹੈ। ਹੁਣ ਜਿੰਨੀ ਬੇਟੇ ਬੱਚਿਓ
ਨੋਟ ਕਰਿਓ ਤੁਸੀਂ, ਜਿੰਨੀ ਜਿੰਨੀ ਉਮਰ ਆਪਾਂ ਜਿੰਨੇ ਕਲਾਸ ਵਿੱਚ ਜੁੜਿਆ, ਜਿੰਨੀ ਜਿੰਨੀ ਸਾਡੀ ਉਮਰ ਨਿਕਲ ਗਈ ਹੈ, ਗੁਰੂ ਸਾਹਿਬ ਕਹਿੰਦੇ ਵੀ ਇਹਨੂੰ ਵਰਤ ਲਈ, ਇਹਦੇ ਚ ਫਸੀ ਨਾ। ਮਾਇਆ ਨੂੰ ਵਰਤਣਾ ਹੈ, ਧਨ ਦੌਲਤ ਨੂੰ ਵਰਤਣਾ ਹੈ, ਪਰ ਇਹਦੇ ਅੰਦਰ ਫਸੀ ਨਾ। ਜਦੋਂ ਤੂੰ ਇਹਦੇ ਅੰਦਰ ਫਸ ਗਿਆ, ਤੁਸੀਂ ਬੇਟੇ ਇੱਕ ਚੀਜ਼ ਨੋਟ ਕਰਿਓ, ਮੱਕੜੀ ਨੂੰ ਤੁਸੀਂ ਦੇਖਿਓ, ਮੱਕੜੀ ਸਾਰੇ ਸਮਝਦੇ ਹੋਵੋਗੇ, ਮੱਕੜੀ ਜਾਲਾ ਬਣਾਉਂਦੀ ਹੈ ਨਾ ਜਿਹੜਾ, ਤੇ ਜਦੋਂ ਉਹਦੀ ਮੌਤ ਹੁੰਦੀ ਹੈ ਤਾਂ ਉਸੇ ਜਾਲੇ ਅੰਦਰ ਜਾ ਕੇ ਉਸੇ ਵਿੱਚ ਹੀ ਫਸ ਕੇ ਉਹ ਮਰਦੀ ਹੈ। ਮਾਇਆ, ਧਨ, ਦੌਲਤ ਇਹ ਅਸੀਂ ਜੀਵਨ ਲਈ ਮੰਨਣੀ ਹੈ, ਲੋੜ ਹੈ ਸਾਡੀ, ਪਰ ਇਹਦੇ ਵਿੱਚ ਅਸੀਂ ਉਲਝੀਏ ਨਾ। ਇਹ ਤੋਂ ਬਗੈਰ ਸਾਡੀ ਜਿਹੜੀ ਜ਼ਿੰਦਗੀ ਹੈ, ਜਿਹੜਾ ਸਾਡਾ ਜੀਵਨ ਹੈ, ਗੁਰੂ ਸਾਹਿਬ ਕਹਿੰਦੇ ਕਹੋ ਨਾਨਕ ਬਿਨ ਹਰ ਭਜਨ। ਭਜਨ ਦਾ ਅਰਥ ਹੈ ਬੇਟੇ ਗੁਰੂ ਦੇ ਗਿਆਨ ਤੋਂ ਬਿਨਾ ਜ਼ਿੰਦਗੀ, ਸੱਚੇ ਗਿਆਨ ਤੋਂ ਬਿਨਾ ਜਿਹੜਾ ਤੂੰ ਜ਼ਿੰਦਗੀ ਜਿਉ ਰਹੇ ਹੈ ਬੇਅਕਲੀ ਨਾਲ, ਬੇਸਮਝ ਨਾਲ, ਉਹ ਤੇਰੀ ਕਿਸੇ ਕੰਮ ਦੀ ਨਹੀਂ। ਹੁਣ ਜਿੰਨੀ ਜਿੰਨੀ ਬੇਟੇ ਆਪਾਂ ਜ਼ਿੰਦਗੀ, ਗੁਰੂ ਸਾਹਿਬ ਕਹਿੰਦੇ ਨਾ ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ। ਜੇ ਦਿਨ ਅਸੀਂ ਕੰਮਾਂ ਕਾਰਾਂ ਵਿੱਚ ਕੱਢ ਲਿਆ, ਅਰਥ ਤਾਂ ਇਹ ਬਣਦੇ ਆ ਰਾਤ ਅਸੀਂ ਸੌਂ ਕੇ ਕੱਢ ਲਈ, ਪਰ ਜਿਹੜਾ ਅਸੀਂ ਦਿਨ ਕੱਢਿਆ ਉਹਦੇ ਵਿੱਚ ਅਸੀਂ ਪੀਸ ਆਫ ਮਾਈਂਡ, ਆਪਣੇ ਕੰਮ ਵਿੱਚ ਇਮਾਨਦਾਰੀ, ਵਫਾਦਾਰੀ ਕਿੰਨੀ ਕੁ ਕੀਤੀ ਹੈ ਉਹ ਸਾਨੂੰ ਪਤਾ ਹੈ। ਤੇ ਗੁਰੂ ਸਾਹਿਬ ਇਸ ਕਰਕੇ ਸਾਨੂੰ ਸਮਝਾ ਰਹੇ ਨੇ ਕਿ ਭਾਈ ਜੀਵਨ ਦੇ ਵਿੱਚ ਉਹ ਕੰਮ ਕਰਨੇ ਆ ਜਿਹੜੀ ਤੇਰੀ ਜ਼ਿੰਦਗੀ ਦੇ ਵਿੱਚ ਤੇਰੇ ਨਾਲ ਜਿਹੜੇ ਅਟੈਚਮੈਂਟ ਰੱਖਣ ਵਾਲੇ ਰਿਲੇਟਿਵ ਨੇ, ਦੋਸਤ ਮਿੱਤਰ ਨੇ, ਉਹ ਤੇਰੇ ਕੰਮਾਂ ਨੂੰ ਵੇਖ ਕੇ ਕਹਿਣ ਇਹ ਤੂੰ ਭਾਈ ਕਿੱਥੋਂ ਸਿੱਖਿਆ, ਤੇ ਫਿਰ ਤੂੰ ਇਹ ਕਹੀਂ ਇਹ ਸੱਚਾ ਗਿਆਨ ਮੈਨੂੰ ਗੁਰਬਾਣੀ ਤੋਂ ਸਮਝ ਲੈ ਕੇ ਗੁਰੂ ਜੀ ਤੋਂ ਜੀਵਨ ਜਾਂਚ ਮਿਲੀ ਹੈ, ਇਹ ਜੀਵਨ ਮੇਰਾ ਉਸ ਸੱਚੇ ਗਿਆਨ ਨਾਲ ਬਣਿਆ। ਸੋ ਅਗਲਾ ਸ਼ਲੋਕ ਹੈ ਜੀ ਆਪਣਾ, ਪ੍ਰਾਣੀ ਰਾਮ ਨ ਚੇਤਈ ਮਦ ਮਾਇਆ ਕੈ ਅੰਧ, ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ। ਮਦ ਮਾਇਆ ਕੈ, ਇਹ ਗੱਲ ਬੇਟੇ ਨੋਟ ਕਰਿਓ ਤੁਸੀਂ, ਧਨ ਦੌਲਤ ਦੀ, ਸ਼ਰਾਬ ਦੀ, ਇਹ ਬਾਰ-ਬਾਰ ਆ ਰਹੀ ਹੈ ਨਾ। ਪ੍ਰਾਣੀ ਰਾਮ ਨਾ ਚੇਤੇ ਮਦ ਮਾਇਆ ਕੇ, ਮਾਇਆ ਦੇ ਨਸ਼ੇ ਵਿੱਚ, ਮਤਲਬ ਦੁਨਿਆਵੀ ਚਸਕਿਆਂ ਦੇ ਵਿੱਚ ਅੰਨਾ ਹੋਇਆ ਮਨੁੱਖ ਆਪਣੇ ਪ੍ਰਮਾਤਮਾ ਨੂੰ ਨਹੀਂ ਸਿਮਰਦਾ। ਹੁਣ ਚਸਕਾ ਕੀ ਹੈ ਬੇਟੇ, ਕਿਸੇ ਵੀ ਚੀਜ਼ ਦਾ ਚਸਕਾ ਨਾ, ਜਦੋਂ ਅਸੀਂ ਨਸ਼ੇ ਦੀ ਗੱਲ ਕਰਦੇ ਹਾਂ ਬੇਟੇ ਹਨਾ, ਕੱਲਾ ਇੱਕ ਤਾਂ ਸ਼ਰਾਬ, ਬੀੜੀ, ਸਿਗਰਟ, ਇੱਕ ਤਾਂ ਇਹ ਨਸ਼ਾ ਜਿਹੜਾ ਸੰਸਾਰ ਦੇ ਲੋਕ ਲੈਂਦੇ ਆ, ਜਿਹੜੇ ਨਸ਼ਾ ਕਰਦੇ ਆ। ਨਸ਼ੇ ਦੇ ਕਈ ਰੂਪ ਹੈ ਬੇਟੇ, ਤੁਸੀਂ ਹੁਣ ਸਾਰੇ ਬੱਚੇ ਆਪਣੇ ਆਪ ਨੂੰ ਨੋਟ ਕਰੋ ਵੀ ਕਿਤੇ ਤੁਹਾਡੇ ਚੋਂ ਕੋਈ ਬੱਚਾ ਨਸ਼ਾ ਤਾਂ ਨਹੀਂ ਕਰਦਾ, ਪਰ ਜਿਸ ਤਰੀਕੇ ਨਾਲ ਅਸੀਂ ਸਮਝਾਂਗੇ ਜ਼ਰੂਰ ਕੋਈ ਨਾ ਕੋਈ ਤੁਹਾਡੇ ਚੋਂ ਨਸ਼ਾ ਬੱਚਾ ਕਰਦਾ ਹੋਵੇਗਾ। ਕਿਹੜਾ ਨਸ਼ਾ? ਕਿਸੇ ਨੂੰ ਇਹ ਨਸ਼ਾ ਹੋ ਗਿਆ ਵੀ ਮੇਰੇ ਵਰਗਾ ਸੋਹਣਾ ਕੋਈ ਨਹੀਂ, ਕਿਸੇ ਨੂੰ ਇਹ ਨਸ਼ਾ ਹੋ ਗਿਆ ਵੀ ਸਾਡੇ ਕੋਲ ਪੈਸਾ ਹੈ, ਸਾਡੇ ਕੋਲ ਸੋਹਣਾ ਮਕਾਨ ਹੈ, ਮੈਂ ਪੜ੍ਹਾਈ ਵਿੱਚ ਹੁਸ਼ਿਆਰ ਹਾਂ, ਸਾਡੇ ਘਰ ਵਿੱਚ ਪੇਰੈਂਟਸ ਨੂੰ ਵੀ ਨਸ਼ਾ ਹੋ ਸਕਦਾ ਹੈ ਵੀ ਸਾਡੇ ਤਾਂ ਭਾਈ ਘਰ 'ਚ ਮੁੰਡਾ ਹੀ ਆ, ਕੁੜੀ ਨਹੀਂ ਹੈਗੀ। ਨਸ਼ੇ ਦੇ ਬੇਟੇ ਬਹੁਤ ਰੂਪ ਨੇ, ਇੰਨੇ ਕੁ ਨਸ਼ੇ ਦੇ ਰੂਪ ਨੇ, ਕਿਤੇ ਕਿਸੇ ਨੇ ਸੋਹਣਾ ਮਕਾਨ ਬਣਾ ਲਿਆ ਹਨਾ, ਉਹ ਵੀ ਨਸ਼ਾ। ਸੋ ਇਸ ਕਰਕੇ ਅਸੀਂ ਇਹਨਾਂ ਚੀਜ਼ਾਂ ਨੂੰ ਮੰਨਣਾ ਹੈ, ਪਰ ਇਹ ਨਸ਼ਿਆਂ ਦੇ ਆਦੀ ਨਹੀਂ ਹੋਣਾ। ਕਿਸੇ ਨੂੰ ਕਿਸੇ ਦੀ ਬਰਿਆਈ ਸੁਣਨ ਦਾ ਨਸ਼ਾ ਵੀ ਫਲਾਨਾ ਯਾਰ ਐਂ ਕਰਦਾ, ਅੱਛਾ ਜੀ, ਉਹ ਵੀ ਇੱਕ ਨਸ਼ਾ ਹੈ। ਉਹ ਕੰਨਾਂ ਦਾ ਨਸ਼ਾ, ਅੱਖਾਂ ਨਾਲ ਵੇਖਣਾ, ਠੀਕ ਹੈ ਜੀ। ਹੁਣ ਤੁਸੀਂ ਬੇਟੇ ਸਾਰੇ ਆਪਣੇ ਆਪ ਨੂੰ ਚੈੱਕ ਕਰੋ, ਕੰਨਾਂ ਨੂੰ ਚੈੱਕ ਕਰੋ, ਅੱਖਾਂ ਨੂੰ ਚੈੱਕ ਕਰੋ ਵੀ ਤੁਹਾਡੀਆਂ ਅੱਖਾਂ ਨੂੰ ਦੇਖਣ ਦਾ ਨਸ਼ਾ ਤਾਂ ਨਹੀਂ, ਵੀ ਟੀਵੀ 'ਚ ਕੀ ਦੇਖਣਾ ਹੈ, ਮੋਬਾਈਲ 'ਚ ਕੀ ਦੇਖਣਾ ਹੈ, ਕਿਹੜੀ ਚੀਜ਼ ਦੇਖ ਕੇ ਮੇਰੀਆਂ ਅੱਖਾਂ ਨਾਲ ਵੇਖ ਕੇ ਮੈਨੂੰ ਵਧੀਆ ਲੱਗਦਾ ਹੈ, ਕਿਹੜਾ ਗੀਤ ਸੁਣ ਕੇ ਮੇਰੀਆਂ ਚੁਟਕੀਆਂ ਵੱਜਦੀਆਂ, ਉਹ ਤੁਹਾਨੂੰ ਦੇਖਣਾ ਪੈਣਾ। ਜੇ ਇਹ ਪ੍ਰੋਬਲਮ ਤੁਹਾਨੂੰ ਹੈ, ਇਹਦਾ ਮਤਲਬ ਬੇਟੇ ਤੁਸੀਂ ਨਸ਼ੇ ਵਿੱਚ ਫਸੇ ਹੋਏ ਹੋ। ਮੌਤ ਦੀ ਫਾਹੀ ਮਿਲੀ ਹੋਈ ਹੈ, ਮੌਤ ਦੀ ਫਾਹੀ। ਜਿਹਨੂੰ ਅੱਖਾਂ ਦਾ ਜਿਹੜਾ ਵੀ ਨਸ਼ਾ ਹੈ, ਉਹ ਨਸ਼ਾ ਉਹਨੂੰ ਮਿਲ ਤਾਂ ਨਹੀਂ ਨਾ ਰਿਹਾ, ਪਰ ਉਹਦੇ ਲਈ ਉਹ ਤਰਸ ਰਿਹਾ, ਤੜਫ ਰਿਹਾ, ਉਹਦੀ ਚੀਜ਼ ਦੀ ਪੂਰਤੀ ਨਹੀਂ ਹੋ ਰਹੀ। ਅੱਖਾਂ ਨਾਲ ਸੁਣ ਕੇ, ਕੰਨਾਂ ਨਾਲ ਦੇਖ ਕੇ ਦੇਖ ਰਿਹਾ, ਪਰ ਉਹਨੂੰ ਪ੍ਰਾਪਤ ਤਾਂ ਨਹੀਂ ਹੋ ਰਿਹਾ, ਨਾ ਹੀ ਉਹਨੂੰ ਉਹ ਪ੍ਰਾਪਤ ਹੋਣਾ, ਪਰ ਉਹ ਮੌਤ ਦੀ ਫਾਹੀ ਉਹਦੇ ਗਲ ਪਈ ਹੋਈ ਹੈ। ਜਿਉਂਦੇ ਜੀ
ਉਹਦੇ ਲਈ ਉਹ ਤਰਸ ਤਰਸ ਕੇ ਮਰ ਰਿਹਾ ਹੈ, ਕਿਉਂਕਿ ਉਹਨੂੰ ਨਸ਼ੇ ਦੇ ਵਿੱਚ ਉਹ ਗਲਤਾਨ ਹੋਇਆ ਪਿਆ ਹੈ। ਇਸ ਕਰਕੇ ਬੇਟੇ ਜਿੰਨੇ ਤੁਸੀਂ ਵੱਡੇ ਬੱਚੇ ਹੋ, ਇਹ ਗੱਲ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ। ਅੱਜ ਜਿਹੜੇ ਬੱਚੇ ਆਪਣੇ ਮਾਂ-ਬਾਪ ਤੋਂ ਬਾਗੀ ਹੋ ਕੇ ਕੋਰਟ ਮੈਰਿਜ, ਲਵ ਮੈਰਿਜ, ਜਿਨ੍ਹਾਂ ਨੇ ਰਿਸ਼ਤੇ ਆਪਣੇ ਮਾਂ-ਬਾਪ ਦੇ ਉੱਪਰ ਦੀ ਜਾ ਕੇ ਮਾਂ-ਬਾਪ ਨੂੰ ਅੱਜ ਰੋਲਤਾ, ਜਿਨ੍ਹਾਂ ਦੇ ਅੱਜ ਬਹੁਤ ਪੰਜਾਬ ਦੇ ਵਿੱਚ ਬੇਟੇ ਬੱਚੇ ਇਦਾਂ ਦੇ ਕੰਮ ਕਰ ਰਹੇ ਹੈ। ਤੇ ਜਦੋਂ ਮਾਂ-ਬਾਪ ਨੂੰ ਪਤਾ ਲੱਗਦਾ ਸਾਡੀ ਬੇਟੀ ਨੇ, ਸਾਡੇ ਬੱਚੇ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾ ਲਿਆ, ਸਾਰੇ ਰਿਸ਼ਤੇ ਛੱਡਤੇ, ਤੇ ਉਦੋਂ ਬਾਅਦ ਚ ਬੇਟੇ ਸਾਰੀ ਜ਼ਿੰਦਗੀ ਮੌਤ ਦੀ ਫਾਹੀ ਉਹਦੇ ਗਲ 'ਚ ਪੈ ਜਾਂਦੀ ਹੈ। ਇਸ ਤਰ੍ਹਾਂ ਦੇ ਬੜੇ ਕੇਸ ਨੇ ਤੁਹਾਡੇ ਪਿੰਡ 'ਚ ਵੀ ਆਲੇ ਦੁਆਲੇ ਹੋਣਾ ਕਿਤੇ ਨਾ ਕਿਤੇ, ਵੀ ਜਿਨ੍ਹਾਂ ਨੇ ਇਹ ਕੀਤਾ 1 ਸਾਲ ਬਾਅਦ ਉਹਨਾਂ ਨੂੰ ਆਪਣੀ ਜ਼ਿੰਦਗੀ ਭੈੜੀ ਭੈੜੀ ਲੱਗਣ ਲੱਗ ਗਈ, ਜ਼ਿੰਦਗੀ ਦਾ ਰਸ ਖਤਮ ਹੋ ਗਿਆ। ਸੋ ਧਿਆਨ ਰੱਖਿਓ ਬੱਚਿਓ, ਕਿਤੇ ਇਹ ਮੌਤ ਦੀ ਫਾਹੀ ਅੱਖਾਂ ਰਾਹੀਂ, ਕੰਨਾਂ ਰਾਹੀਂ ਅਸੀਂ ਆਪਣੇ ਗਲ 'ਚ ਨਹੀਂ ਪਾਉਣੀ। ਜੋ ਵੀ ਪ੍ਰੋਬਲਮ ਹੈ ਹਰ ਵਾਰ ਬੇਟੇ ਮੈਂ ਤੁਹਾਡੇ ਨਾਲ ਕਲਾਸ 'ਚ ਸ਼ੇਅਰ ਕਰਦਾ ਗੱਲ। ਕੋਈ ਵੀ ਪ੍ਰੋਬਲਮ ਹੈ, ਤੁਹਾਨੂੰ ਲੱਗਦਾ ਹੈ ਵੀ ਮੈਨੂੰ ਇਹ ਚੀਜ਼ ਦਾ ਮੈਂ ਇਹ ਚਸਕੇ 'ਚ ਪੈ ਗਿਆ, ਇਹ ਮੈਨੂੰ ਵਧੀਆ ਲੱਗਣ ਲੱਗ ਗਿਆ, ਉਹਦਾ ਫਟਾਫਟ ਆਪਣੇ ਫਰੈਂਡ ਸਰਕਲ 'ਚ, ਆਪਣੇ ਪੇਰੈਂਟਸ ਦੇ ਸਰਕਲ 'ਚ ਪੈ ਕੇ ਨਾਲ ਦੀ ਨਾਲ ਉਹ ਨਸ਼ੇ ਦਾ ਇਲਾਜ ਕਰਵਾਉਣਾ, ਤੇ ਨਹੀਂ ਤਾਂ ਉਹ ਬਹੁਤ ਭਿਆਨਕ ਹੋ ਜਾਣਾ ਹੈ। ਅਗਲਾ ਜੀ ਜਿਹੜਾ ਆਪਣਾ ਸ਼ਲੋਕ ਹੈ 32 ਨੰਬਰ, ਸੁਖ में बहु संगी भय, दुख में संग न कोय, कहो नानक हर भज मना, अंत सहाई होए। ਜਿਹੜੇ ਬੇਟੇ ਪੰਕਤੀ ਦੇ ਅੱਖਰੀ ਅਰਥ ਨੇ ਉਹ ਇਹ ਬਣਦੇ ਆ ਜੋ ਸਕਰੀਨ ਤੇ ਆਪਣੇ ਸਾਹਮਣੇ ਹੈ। ਲਹਿਰ ਵਹਿਰ ਅੰਦਰ ਆਦਮੀ ਦੇ ਬਹੁਤ ਬੇਲੀ ਮਿੱਤਰ ਹੁੰਦੇ ਨੇ, ਪਰੰਤੂ ਵਿਪਤਾ ਅੰਦਰ ਉਸਦਾ ਕੋਈ ਬੇਲੀ ਨਹੀਂ ਹੁੰਦਾ। ਗੁਰੂ ਜੀ ਆਖਦੇ ਹਨ, ਹੇ ਬੰਦੇ ਤੂੰ ਆਪਣੇ ਵਾਹਿਗੁਰੂ ਦਾ ਚਿੰਤਨ ਕਰ, ਜੋ ਅਖੀਰ ਨੂੰ ਤੇਰਾ ਸਹਾਈ ਹੋਵੇਗਾ। ਹੁਣ ਬੇਟੇ ਜਿਹੜੀ ਇੱਥੇ ਗੁਰੂ ਸਾਹਿਬ ਨੇ ਸਾਨੂੰ ਇਸ਼ਾਰਾ ਕੀਤਾ ਨਾ, ਇਹ ਬਾਹਰਲੇ ਸੰਗੀ ਸਾਥੀਆਂ ਦੀ ਗੱਲ ਨਹੀਂ ਹੈਗੀ ਵੀ ਤੁਹਾਡੇ ਦੋਸਤ ਮਿੱਤਰ। ਵੈਸੇ ਅਸੀਂ ਹੁਣ ਤੱਕ ਇਹੀ ਸਮਝਿਆ ਵੀ ਜਦੋਂ ਸਾਡੇ ਤੇ ਕੋਈ ਪ੍ਰੋਬਲਮ ਆ ਜਾਂਦੀ ਹੈ ਉਦੋਂ ਸਾਡੇ ਨਾਲ ਕੋਈ ਨਹੀਂ ਖੜਦਾ, ਜਦੋਂ ਅਸੀਂ ਸੁੱਖ 'ਚ ਹੁੰਨੇ ਆ ਵਾਹਿਗੁਰੂ, ਜਦੋਂ ਅਸੀਂ ਸੁੱਖ ਵਿੱਚ ਹੁੰਨੇ ਆ ਉਦੋਂ ਸਾਡੇ ਨਾਲ ਬਹੁਤ ਹੁੰਦੇ ਆ। ਪਰ ਇਹ ਗੱਲ ਬੇਟੇ ਸਾਡੇ ਅੰਦਰ ਦੀ ਹੈ, ਸਾਡੇ ਮਨ ਦੀ ਹੈ। ਲਹਿਰ ਵਹਿਰ ਅੰਦਰ ਆਦਮੀ ਦੇ ਬਹੁਤ ਬੇਲੀ ਹੁੰਦੇ ਹਨ। ਜਦੋਂ ਸਾਡੇ ਅੰਦਰ ਕਿਸੇ ਚੀਜ਼ ਦਾ ਚਸਕਾ ਲੈਣ ਦੀ, ਕਿਸੇ ਚੀਜ਼ ਨੂੰ ਨੈਗੇਟਿਵ ਨੂੰ ਮੰਨਣ ਦੀ ਸਾਡੇ ਅੰਦਰ ਜਿਹੜੀ ਉਹ ਬੁੱਧੀ ਹੁੰਦੀ ਹੈ ਨਾ, ਉਦੋਂ ਉਹਦੇ ਨਜ਼ਾਰੇ ਬਹੁਤ ਆਉਂਦੇ ਆ। ਠੀਕ ਹੈ ਜੀ, ਉਦੋਂ ਬਹੁਤ ਵਧੀਆ ਲੱਗਦੀ ਹੈ। ਉਦੋਂ ਤਾਂ ਬੱਚਿਓ ਨੋਟ ਕਰਿਓ, ਉਹ ਜਦੋਂ ਅੰਦਰੋਂ ਵਧੀਆ ਲੱਗਦੀ ਹੈ ਨਾ, ਉਦੋਂ ਤਾਂ ਮਾਂ-ਬਾਪ ਦੀ ਕਹੀ ਗੱਲ ਵੀ ਚੰਗੀ ਨਹੀਂ ਲੱਗਦੀ। ਉਸ ਵੇਲੇ ਸਾਨੂੰ ਉਹ ਵੀ ਐਂ ਲੱਗਦਾ ਵੀ ਲੈ ਜਦੋਂ ਹੀ ਬੋਲੀ ਜਾਂਦੇ ਆ, ਕਿਉਂਕਿ ਸਾਨੂੰ ਉਹ ਅੰਦਰਲੀ ਵਧੀਆ ਲੱਗਦੀ ਹੁੰਦੀ ਹੈ ਨਾ, ਚਸਕਾ ਵਧੀਆ ਲੱਗਦਾ ਹੁੰਦਾ। ਪਰ ਜਦੋਂ ਉਹਦੇ ਅੰਦਰ ਉਹ ਚੀਜ਼ ਘਰ ਕਰ ਜਾਂਦੀ ਹੈ, ਉਦੋਂ ਉਹਦੇ ਰਿਸ਼ਤਿਆਂ ਦੀ ਪਰਵਾਹ ਨਹੀਂ ਰਹਿੰਦੀ। ਉਹ ਆਪੇ ਨਾਲੋਂ ਟੁੱਟ ਜਾਂਦਾ, ਅੰਦਰੋਂ ਟੁੱਟ ਜਾਂਦਾ ਵੀ ਮੇਰਾ ਕਿਸੇ ਨੂੰ ਪਤਾ ਨਾ ਲੱਗ ਜੇ, ਮੈਂ ਫੜਿਆ ਨਾ ਜਾਵਾਂ। ਤਾਂ ਕਹਿੰਦੇ ਉਦੋਂ ਤੇਰਾ ਕਿਸੇ ਨੇ ਬੇਲੀ ਨਹੀਂ ਬਣਨਾ, ਸਜ਼ਾ ਤੈਨੂੰ ਆਪਣੇ ਅੰਦਰ ਭੋਗਣੀ ਪੈਣੀ ਹੈ। ਅੰਦਰ ਦੀ ਗੱਲ ਹੈ ਜੀ ਇਹ। ਤੇ ਇਸ ਕਰਕੇ ਆਪਣੇ ਵਾਹਿਗੁਰੂ ਦਾ ਚਿੰਤਨ ਕਰ, ਆਪਣਾ ਬੇਲੀ ਮਿੱਤਰ ਮਨ ਦੇ ਤਲ ਤੇ ਗਿਆਨ ਨੂੰ ਬਣਾ ਲੈ, ਜਿਹੜਾ ਜਿੰਨਾ ਚਿਰ ਤੂੰ ਜਿਉਂਦਾ ਰਹੇਗਾ, ਲਿਖਿਆ ਨਾ ਬੇਟੇ, ਜੇ ਅਖੀਰ ਨੂੰ ਤੇਰਾ ਸਹਾਈ ਹੋਵੇਗਾ। ਹੁਣ ਬਾਹਰਲਾ ਬੇਲੀ ਤਾਂ ਜਿਹੜਾ ਮਿੱਤਰ ਹੈ, ਜੇ ਬਾਹਰੀ ਅਰਥ ਕਰਦੇ ਆ ਆਪਾਂ ਇਹਦੇ, ਉਹ ਤਾਂ ਸਾਨੂੰ ਕਿਤੇ ਨਾ ਕਿਤੇ ਛੱਡ ਜੂ। ਪਰ ਜਿੰਨਾ ਚਿਰ ਅਸੀਂ ਜਿਉਣਾ ਹੈ, ਉਹ ਕਿਹੜਾ ਬੇਲੀ ਹੈ, ਉਹ ਗੁਰਬਾਣੀ ਦੇ ਗਿਆਨ ਚੋਂ ਮਿਲੀ ਹੋਈ ਸੱਚੀ ਸਿੱਖਿਆ, ਜਿਹੜੀ ਸਾਨੂੰ ਗਲਤ ਕੀ ਹੈ, ਸਹੀ ਕੀ ਹੈ, ਕਰਨਾ ਕੀ ਹੈ, ਨਹੀਂ ਕੀ ਕਰਨਾ, ਇਹ ਸਾਨੂੰ ਜਿਹੜੀ ਸਮਝ ਲੱਗੇਗੀ। ਇਸ ਕਰਕੇ ਬੇਲੀ ਅਸੀਂ ਅੰਦਰਲੇ ਗੁਣ ਬਣਾਉਣੇ ਆ। ਜਦੋਂ ਸਾਡੇ ਅੰਦਰਲੇ ਗੁਣ ਸਾਡੇ ਮਿੱਤਰ ਹੋਣਗੇ, ਅਸੀਂ ਕਿਤੇ ਵੀ ਰਹੀਏ ਦੁਨੀਆ ਦੇ ਕੋਨੇ ਤੇ, ਤਾਂ ਅੰਦਰ ਸਾਡੇ ਟਿਕਾ ਬਣਿਆ ਰਹੇਗਾ। ਪਰ ਜੇ ਅੰਦਰ ਸਾਡੇ ਔਗਣ ਹੀ ਸਾਡੇ ਬੇਲੀ ਬਣ ਗਏ, ਫਿਰ ਉਹ ਸਾਨੂੰ ਤੰਗ ਕਰਨਗੇ, ਪ੍ਰਾਪਤੀ ਉਹ ਹੋਣੀ ਨਹੀਂ, ਤੇ ਮਨ ਦੇ ਤਲ ਤੇ ਅਸੀਂ ਸਜ਼ਾ ਭੋਗਾਂਗੇ। ਇਸ ਕਰਕੇ ਅਸੀਂ ਅੰਤ ਸਹਾਈ, ਮਤਲਬ ਜਿੰਨਾ ਚਿਰ ਜ਼ਿੰਦਗੀ, ਇਹ ਨਹੀਂ ਵੀ ਮਰਨ ਵੇਲੇ ਸਹਾਈ ਹੋਊਗਾ ਪ੍ਰਮਾਤਮਾ, ਨਹੀਂ, ਜਿੰਨਾ ਚਿਰ ਅਸੀਂ ਜ਼ਿੰਦਗੀ ਜਿਉਣੀ ਹੈ, ਗਿਆਨ ਗੁਰਬਾਣੀ ਦਾ ਸਾਡਾ ਹਰ ਵੇਲੇ ਸਹਾਈ ਹੈ। ਇਹ ਧਿਆਨ ਚ ਰੱਖਿਓ ਪੁੱਤਰੋ। ਅੱਗੇ ਜੀ ਸ਼ਲੋਕ ਆਪਣਾ 33 ਨੰਬਰ, ਜਨਮ ਜਨਮ
ਭਰਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ। ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾਵੈ ਬਾਸ। ਸੁਖ ਲੱਭਣ ਦੇ ਭਰਮ ਚ ਹਰ ਬੰਦਾ ਉਮਰ ਭਰ ਭਟਕਦਾ ਤੇ ਡਰਦਾ ਫਿਰਦਾ। ਠੀਕ ਹੈ ਜੀ। ਅੱਗੇ ਅਤੇ ਉਸ ਦੀ ਮੌਤ ਦਾ ਡਰ ਦੂਰ ਨਹੀਂ ਹੁੰਦਾ। ਗੁਰੂ ਜੀ ਆਖਦੇ ਹੈ, ਹੇ ਬੰਦੇ ਤੂੰ ਆਪਣੇ ਸਾਈਂ ਦੀ ਆਰਾਧਨਾ ਕਰ ਤਾਂ ਜੋ ਤੈਨੂੰ ਨਿਡਰ ਹਰੀ ਵਿੱਚ ਵਾਸਾ ਮਿਲ ਜਾਵੇ। ਸੁਖ ਲੱਭਣ ਦੇ ਭਰਮ ਚ ਹਨਾ ਬੇਟੇ, ਇਨਸਾਨ ਦੇ ਘਨੇਰਿਆਂ ਜਨਮਾਂ ਅੰਦਰ ਭਟਕਦਾ ਫਿਰਦਾ ਹੈ। ਮਤਲਬ ਕਾਹਦੇ ਲਈ? ਵੀ ਮੈਨੂੰ ਇੱਥੋਂ ਸੁੱਖ ਮਿਲੇਗਾ। ਜਿਹੜਾ ਵੀ ਬੇਟੇ ਸਾਡੀ ਜ਼ਿੰਦਗੀ ਚ ਔਗਣ ਹੈ ਨਾ, ਜਦੋਂ ਅਸੀਂ ਉਹਨੂੰ ਮਾਣਦੇ ਹਾਂ, ਔਗਣ ਨੂੰ ਅਸੀਂ ਜਿਉਂਦੇ ਹਾਂ, ਤਾਂ ਉਦੋਂ ਇੰਨਾ ਵਧੀਆ ਲੱਗਦਾ ਨਾ ਉਹ ਕੁਝ ਸਮੇਂ ਦਾ, ਕੁਝ ਸੈਕਿੰਡਾਂ ਦਾ, ਕੁਝ ਮਿੰਟਾਂ ਦਾ ਸੁੱਖ ਹੁੰਦਾ ਹੈ। ਜਦੋਂ ਅਸੀਂ ਉਹ ਮਾਣ ਲਿਆ, ਉਦੋਂ ਬਾਅਦ ਬੇਰਸੀ ਜ਼ਿੰਦਗੀ ਹੋ ਜਾਂਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਵੀ ਮਨੁੱਖ ਇਹ ਜਿਹੜੇ ਨਕਲੀ ਸੁੱਖ ਨੇ ਇਹਨਾਂ ਨੂੰ ਮਾਣਦਾ ਭਟਕਦਾ ਫਿਰਦਾ ਸਾਰੀ ਜ਼ਿੰਦਗੀ, ਪਰ ਉਹ ਚੋਂ ਸੱਚਾ ਸੁੱਖ ਨਹੀਂ ਮਿਲਦਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਕਹੋ ਨਾਨਕ ਹਰ ਭਜ ਮਨਾ। ਇਹ ਮੇਰਿਆ ਮਨਾ, ਜੇ ਤੂੰ ਸਦਾ ਵਾਸਤੇ ਸਦੀਵੀ ਸੁੱਖ ਲੈਣਾ ਹੈ ਨਾ, ਤਾਂ ਪ੍ਰਮਾਤਮਾ ਨਾਲ ਜੁੜ। ਪ੍ਰਮਾਤਮਾ ਨਾਲ ਜੁੜਨ ਦਾ ਮਤਲਬ ਗੁਰਬਾਣੀ ਦੇ ਸੱਚੇ ਗਿਆਨ ਨੂੰ ਜੀਵਨ ਵਿੱਚ ਕਮਾ, ਨਿਰਭੈ ਹੋ ਕੇ। ਜਿਹੜਾ ਹਰੀ ਨਿਡਰ ਹਰੀ ਵਿੱਚ ਵਾਸਾ ਮਿਲ ਜੇ, ਮਤਲਬ ਪ੍ਰਮਾਤਮਾ ਵਿੱਚ ਸਮਾਉਣਾ ਹੈ ਨਾ ਆਪਣੇ ਆਪ ਨੂੰ। ਪ੍ਰਮਾਤਮਾ ਸਮਾਉਣ ਦਾ ਮਤਲਬ ਆਪਣੀ ਜੀਵਨ ਨੂੰ ਆਪੇ ਨਾਲ ਇਮਾਨਦਾਰੀ ਕਰਕੇ ਜਿਉਣਾ ਬੇਟੇ। ਇੱਕ ਨੋਟ ਕਰਿਓ ਬੱਚਿਓ ਤੁਸੀਂ ਸਾਰੇ, ਜਦੋਂ ਅਸੀਂ ਕਹਿੰਦੇ ਆ ਵੀ ਹਮੇਸ਼ਾ ਸੱਚ ਬੋਲੋ, ਠੀਕ ਹੈ ਜੀ, ਇਮਾਨਦਾਰੀ ਚੰਗੀ ਨੀਤੀ ਹੈ, ਪਰ ਅਸੀਂ ਇਹ ਬਾਹਰ ਤਾਂ ਫੇਰ ਕਮਾਵਾਂਗੇ ਨਾ। ਪਰ ਅਸੀਂ ਜਿੰਨਾ ਝੂਠ, ਸਾਰੇ ਬੱਚੇ ਆਪਣੇ ਆਪ ਨੂੰ ਇੱਕ ਸੈਕਿੰਡ ਲਈ ਚੈੱਕ ਕਰੋ, ਜਿੰਨਾ ਝੂਠ ਅਸੀਂ ਆਪਣੇ ਆਪ ਨਾਲ ਬੋਲਦੇ ਹਾਂ, ਜਿੰਨੇ ਬੇਈਮਾਨ ਅਸੀਂ, ਵਿੱਚੀ ਮੈਂ ਸਾਰੇ, ਜਿੰਨੇ ਬੇਈਮਾਨੀ ਅਸੀਂ ਆਪਣੇ ਆਪ ਨਾਲ ਕਰਦੇ ਹਾਂ, ਉਹਦੇ ਨਾਲੋਂ ਵੱਧ ਅਸੀਂ ਕਿਸੇ ਨਾਲ ਨਹੀਂ ਕਰਦੇ। ਝੂਠ ਵੀ ਆਪੇ ਨਾਲ ਬੋਲਦੇ ਹਾਂ, ਸਾਨੂੰ ਪਤਾ ਹੁੰਦਾ ਵੀ ਇਹ ਝੂਠ ਹੈ, ਇਹ ਗਲਤ ਹੈ, ਪਰ ਅਸੀਂ ਫਿਰ ਵੀ ਕਰੀ ਜਾ ਰਹੇ ਹਾਂ। ਚੇਤਾ ਰੱਖਿਓ, ਵਫਾਦਾਰੀ, ਇਮਾਨਦਾਰੀ, ਸੱਚ ਅਸੀਂ ਆਪੇ ਨਾਲ ਬੋਲਣਾ ਹੈ। ਬਾਹਰ ਜਦੋਂ ਅਸੀਂ ਸਚਿਆਰ ਹੋ ਗਏ, ਸਾਡਾ ਜੀਵਨ ਸੋਹਣਾ ਬਣ ਜਾਣਾ। ਧੋਖਾ ਆਪਣੇ ਆਪ ਨੂੰ ਨਹੀਂ ਦੇਣਾ ਬੱਚਿਓ। ਧੋਖਾ ਜਦੋਂ ਵੀ ਅਸੀਂ ਆਪਣੇ ਆਪ ਨੂੰ ਦੇਵਾਂਗੇ ਤਾਂ ਸਾਡੀ ਜ਼ਿੰਦਗੀ ਹੈ ਜਿਹੜੀ ਬੇਰਸੀ ਹੋ ਜਾਣੀ। ਅੱਜ ਅਸੀਂ ਬਾਹਰੋਂ ਦੇਖਣ ਨੂੰ ਕੁਝ ਹੋਰ ਆ, ਮਨ ਦੇ ਤਲ ਤੇ ਕੁਝ ਹੋਰ ਆ। ਗੁਰੂ ਸਾਹਿਬ ਕਹਿੰਦੇ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਸੁੱਧਾਂ ਕਾਲੀਆਂ, ਬਾਹਰ ਚਿਟਵੀਆਂ। ਮਨ ਦੇ ਵਿੱਚ ਸਾਡੇ ਕੁਝ ਹੋਰ ਚੱਲਦਾ ਹੈ, ਮਨ ਕਰਕੇ ਅਸੀਂ ਕੁਝ ਹੋਰ ਆ, ਮਾਂ-ਬਾਪ ਸਾਨੂੰ ਕੁਝ ਹੋਰ ਸਮਝਦੇ ਆ। ਠੀਕ ਹੈ ਜੀ। ਜੋ ਸਾਨੂੰ ਉਹ ਸਮਝ ਰਹੇ ਨੇ, ਇਹ ਚੇਤਾ ਰੱਖਿਓ ਬੇਟੇ, ਉਤੇ ਇਮਾਨਦਾਰੀ ਨਾਲ ਉਹਨੂੰ ਨਿਭਾਇਓ ਆਪਣੀ ਜ਼ਿੰਦਗੀ 'ਚ। ਜੇ ਤੁਹਾਡੇ ਮੰਮੀ ਡੈਡੀ ਇਹ ਕਹਿੰਦੇ ਆ ਨਾ ਵੀ ਮੇਰੇ ਪੁੱਤ ਵਰਗਾ, ਮੇਰੀ ਧੀ ਵਰਗਾ ਕੋਈ ਹੋਰ ਹੈ ਨਹੀਂਗਾ, ਤਾਂ ਉਹ ਗੱਲ ਤੁਹਾਨੂੰ ਆਪਣੇ ਅੰਦਰੋਂ ਆਵਾਜ਼ ਆਵੇ ਵੀ ਸੱਚੀ ਮੇਰੇ ਵਰਗਾ ਹੈ ਨਹੀਂਗਾ। ਤੇ ਨਹੀਂ ਤਾਂ ਬੇਟੇ ਨੋਟ ਕਰਿਓ, ਸਿਰਫ ਤੇ ਸਿਰਫ ਇੱਕ ਪੇਰੈਂਟਸ ਹੁੰਦੇ ਨੇ ਜਿਨ੍ਹਾਂ ਨੂੰ ਆਪਣੇ ਬੱਚੇ ਦੀ ਗਲਤੀ ਦਾ ਨਹੀਂ ਪਤਾ ਹੁੰਦਾ, ਸਾਰੇ ਪਿੰਡ ਨੂੰ ਪਤਾ ਹੁੰਦਾ। ਸਿਰਫ ਉਹ 2 ਹੁੰਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ, ਸਭ ਨੂੰ ਪਤਾ ਹੁੰਦਾ ਬਾਹਰਲਿਆਂ ਨੂੰ। ਤੇ ਕਿਤੇ ਬੇਟੇ ਇਹ ਗੁਰਬਾਣੀ ਦਾ ਜਿਹੜਾ ਸੱਚਾ ਗਿਆਨ ਹੈ ਨਾ, ਜਿੰਨੇ ਵੀ ਪਾਤਸ਼ਾਹ ਦੀ, ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਸਾਨੂੰ ਸਾਰੀ ਦੀ ਸਾਰੀ ਬਾਣੀ ਆਪਣੇ ਆਪ ਨਾਲ ਜੋੜਦੀ ਹੈ, ਬਾਹਰ ਨਹੀਂ ਸਾਨੂੰ ਜੋੜਦੀ ਕਿਤੇ। ਅਸੀਂ ਆਪੇ ਨਾਲ ਜੁੜਨਾ ਬੇਟੇ, ਹਨਾ ਸਾਰਿਆਂ ਨੇ। ਤੇ ਸਾਰੇ ਬੜੇ ਪਿਆਰੇ ਬੱਚੇ ਹੋ ਤੁਸੀਂ, ਬੜੇ ਸਮੇਂ ਤੋਂ ਇਹ ਸਿੱਖਿਆ ਲੈ ਰਹੇ ਹੋ, ਤੇ ਇਹਨੂੰ ਮਾਣ ਕੇ ਵੇਖਿਓ ਬੇਟੇ। ਇਹ ਰਸ ਨੂੰ ਕਿਤੇ ਇਹ ਸੁਣਦੇ ਰਹੇ, ਗਿਆਨ ਗੋਲਕਾਂ ਭਰਦੇ ਰਹੇ, ਜੇ ਇਹਨੂੰ ਤੁਸੀਂ ਮਾਣਿਆ ਨਾ ਫਿਰ ਇਹ ਗਿਆਨ ਦਾ ਕੋਈ ਫਾਇਦਾ ਨਹੀਂ ਲਏਦਾ, ਜੇ ਗਿਆਨ ਮਾਣੇ ਨਹੀਂ ਜੀਵਨ ਦੇ ਵਿੱਚ। ਸੋ ਅਖੀਰਲਾ ਸ਼ਲੋਕ ਹੈ ਜੀ ਆਪਣਾ 34 ਨੰਬਰ। ਜਾਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਦੁਰਮਤ ਸਿਉ ਨਾਨਕ ਫੰਦਿਓ, ਰਾਖ ਲਿਓ ਭਗਵਾਨ। ਕਹਿੰਦੇ ਵੀ ਯਤਨ ਮੈਂ ਬਹੁਤ ਕੀਤੇ ਬਾਹਰੋਂ, ਠੀਕ ਹੈ ਬੇਟੇ, ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ। ਕਹਿੰਦੇ ਬਾਹਰੋਂ ਯਤਨ ਬਹੁਤ ਕੀਤੇ, ਜਿਹੜਾ ਮੇਰਾ ਮਨ ਹੈ ਉਹ ਬੁਰਾਈਆਂ ਤੋਂ ਟਲਿਆ ਨਹੀਂ। ਅਖੀਰ ਦੇ ਵਿੱਚ ਗੁਰੂ ਜੀ
ਪਿਕਚਰ ਦਿਖਾ ਰਿਹਾ ਸਾਡੇ ਪੈਟਰਨਲ ਮਾਈਂਡ ਦੀ, ਜੋ ਸਾਡੇ ਅੰਦਰ ਚੱਲਦਾ ਹੈ ਨਾ। ਕਹਿੰਦੇ ਮੈਂ ਯਤਨ ਬਹੁਤ ਕੀਤੇ ਪਰ ਮਿਟਿਆ ਨਹੀਂ। ਗੁਰਦੁਆਰੇ ਮੈਂ ਜਾਣਾ ਪਰ ਫਿਰ ਵੀ ਮੇਰੀਆਂ ਅੱਖਾਂ ਧੱਕਾ ਕਰ ਜਾਂਦੀਆਂ ਨਾ। ਗੁਰਬਾਣੀ ਮੈਂ ਅੱਖਾਂ ਨਾਲ ਪੜ੍ਹਦਾ, ਕੰਨਾਂ ਨਾਲ ਮੈਂ ਗੁਰਬਾਣੀ ਵੀ ਸੁਣਦਾ, ਗੁਰਮਤਿ ਕੈਂਪ ਕਲਾਸ ਵੀ ਸੁਣਦਾ, ਪਰ ਮੇਰੇ ਕੰਨ ਨੇ ਜਿਹੜੇ ਫੇਰ ਵੀ ਧੱਕਾ ਕਰ ਜਾਂਦੇ ਆ। ਪਰ ਮੇਰਾ ਮਨ ਹੈ ਜਿਹੜਾ ਉਹ ਟਲਦਾ ਨਹੀਂ ਬੁਰਾਈਆਂ ਤੋਂ। ਪਰ ਅਖੀਰਲੀ ਪੰਕਤੀ ਵਿੱਚ ਗੁਰੂ ਸਾਹਿਬ ਕਹਿੰਦੇ ਦੁਰਮਤ ਸਿਉ ਨਾਨਕ ਫੰਦਿਓ, ਰੱਖ ਲਿਓ ਭਗਵਾਨ। ਕਹਿੰਦੇ ਆਪਣਾ ਅੰਦਰ ਬੈਠੇ ਰੱਬ ਨੂੰ ਆਪਣੇ ਆਪ ਸੌਂਪ ਕੇ ਹੀ ਭੈੜੀ ਮੱਤ ਤੋਂ ਛੁੱਟਿਆ ਜਾ ਸਕਦਾ ਹੈ। ਕਿਹੜੇ ਰੱਬ ਨੂੰ ਬੇਟੇ? ਜਿਹੜਾ ਸਾਡੇ ਅੰਦਰ ਬੈਠਾ ਹੈ। ਦੁਰਮਤ ਮਤਲਬ ਭੈੜੀ ਮੱਤ ਨੂੰ। ਇਹ ਧੱਕਾ ਕਿਉਂ ਕਰਦਾ ਮਨ ਸਾਡਾ ਬੇਟੇ? ਹਨਾ, ਸਾਡੇ ਅੱਖੋਂ ਸਾਡੇ ਗਿਆਨ ਇੰਦਰੀ ਹੈ, ਜਿਹੜੇ ਕਰਮ ਇੰਦਰੀ ਹੈ, ਇਹ ਸਾਡੇ ਨਾਲ ਧੱਕਾ ਕਾਹਤੋਂ ਕਰਦੇ ਆ? ਧੱਕਾ ਕਰ ਜਾਂਦੇ ਨੇ। ਕੰਨ ਵੀ ਧੱਕਾ ਕਰ ਜਾਂਦੇ ਆ, ਅੱਖਾਂ ਵੀ ਧੱਕਾ ਕਰ ਜਾਂਦੀ ਹੈ, ਜੀਭ ਵੀ ਧੱਕਾ ਕਰ ਜਾਂਦੀ ਹੈ। ਇਹ ਕਰਦੇ ਕਿਉਂ ਹੈ? ਕਿਉਂਕਿ ਉਹਨੂੰ ਉਹ এনवायरमेंट ਨਹੀਂ ਨਾ ਮਿਲ ਰਿਹਾ ਸਾਡੇ ਮਨ ਨੂੰ। ਆਪਣੇ ਆਪੇ ਨਾਲ ਜਦੋਂ ਬੇਟੇ ਤੁਸੀਂ ਚੈੱਕ ਕਰੋ ਸਾਰੇ ਆਪਣੇ ਆਪ ਨੂੰ, ਬਹੁਤ ਬਾਣੀ ਪੜ੍ਹਦੇ ਆ ਹਨਾ ਬੱਚਿਓ, ਤੁਸੀਂ ਸਹਿਜ ਪਾਠ ਤੁਸੀਂ ਵੀ ਕਰ ਰਹੇ ਹੋ, ਮੈਂ ਵੀ ਕਰਦਾ, ਆਪਾਂ ਸਾਰੇ ਜਿੰਨੇ ਭੈਣ ਭਰਾ ਨਿਤਨੇਮ ਕਰਦੇ ਆ ਹਨਾ ਸਾਰੇ, ਪਰ ਫਿਰ ਵੀ ਕਿਤੇ ਨਾ ਕਿਤੇ ਸਾਡੇ ਨਾਲ ਧੱਕਾ ਹੋ ਜਾਂਦਾ। ਤੇ ਉਹਦਾ ਹੱਲ ਕੀ ਕਰੀਏ ਵੀ ਧੱਕਾ ਨਾ ਹੋਵੇ ਹਨਾ? ਇਹ ਵੀ ਚਲੋ ਆਪਣਾ ਸਵਾਲ ਬਣ ਗਿਆ ਵਿੱਚੋਂ ਵੀ ਸਾਡੇ ਨਾਲ ਧੱਕਾ ਜਦੋਂ ਹੁੰਦਾ ਹੈ ਉਦੋਂ ਅਸੀਂ ਕਰੀਏ ਕਿ ਉਸ ਸਮੇਂ ਸਾਨੂੰ ਕੀ ਕਰਨਾ ਚਾਹੀਦਾ ਹੈ? ਉਸ ਵੇਲੇ ਸਾਨੂੰ ਇਹ ਧਿਆਨ 'ਚ ਰੱਖਣਾ ਚਾਹੀਦਾ ਵੀ ਜਿਹੜਾ ਇਹ ਮੇਰੇ ਨਾਲ ਹੁਣ ਧੱਕਾ ਹੋਣ ਲੱਗਿਆ ਨਾ, ਮੇਰੀਆਂ ਅੱਖਾਂ ਨਾਲ, ਮੇਰੇ ਕੰਨਾਂ ਨਾਲ, ਮੇਰੀ ਜੀਭ ਨਾਲ, ਕਿਉਂਕਿ ਬੇਟੇ ਜਿਹੜਾ ਸਾਡਾ ਮਨ ਹੈ ਨਾ, ਜਿਹੜੇ ਸਾਡੇ ਫੁਰਨੇ ਆ ਦਿਮਾਗ ਦੇ, ਉਹ ਜੋ ਸਾਡੇ ਅੱਖਾਂ ਰਾਹੀਂ, ਸਾਡੇ ਕੰਨਾਂ ਰਾਹੀਂ, ਸਾਡੀ ਜੀਭ ਰਾਹੀਂ ਜਿਹੜੇ ਜੋ ਨਹੀਂ ਖਾਣਾ ਚਾਹੀਦਾ ਸਾਨੂੰ, ਜੋ ਉਹ ਕਰ ਰਹੇ ਨੇ ਲੋਕ ਹਨਾ ਵੱਡੇ, ਖਾਸ ਕਰਕੇ ਜਿਹੜੇ ਸਾਡੀ ਬੱਚਿਆਂ ਦੀ ਪ੍ਰੋਬਲਮ ਹੈ ਕੰਨਾਂ ਦੀ, ਨੱਕਾਂ, ਕੰਨ ਤੇ ਅੱਖਾਂ, ਵੀ ਇਹਦੇ ਰਾਹੀਂ ਜਦੋਂ ਸਾਡੇ ਅੰਦਰ ਜੋ ਵੀ ਜਾਂਦਾ ਹੈ, ਇਹਦੇ ਰਾਹੀਂ ਉਹ ਤੋਂ ਬਾਅਦ ਸਾਡੇ ਜਾਣ ਤੋਂ ਬਾਅਦ ਸਾਡੇ ਅੰਦਰ ਦੇ ਜਿਹੜੇ ਵਿਚਾਰ ਬਦਲਦੇ ਆ। ਤੇ ਇੱਕ ਸਾਰੇ ਬੱਚਿਆਂ ਨੂੰ ਮੈਂ ਸਵਾਲ ਪੁੱਛਣ ਲੱਗਿਆ ਜੀ, ਤੁਹਾਨੂੰ ਸਮਝ ਆਇਆ ਕਿ ਅੱਖਾਂ ਦੇਖਦੀਆਂ ਨੇ ਜਾਂ ਨਹੀਂ? ਅੱਖਾਂ ਕੀ ਕੰਮ ਕਰਦੀਆਂ ਨੇ ਸਾਡੀਆਂ? ਤੇ ਤੁਸੀਂ ਕਹੋਗੇ ਦੇਖਦੀਆਂ ਨੇ, ਅੱਖਾਂ ਦੇਖਦੀਆਂ ਨੇ। ਨਹੀਂ, ਅੱਖਾਂ ਰਾਹੀਂ ਮਨ ਦੇਖਦਾ ਬੇਟੇ। ਅੱਖਾਂ ਤਾਂ ਇੱਕ ਵੇਖਣ ਦਾ ਜਰੀਆ ਨੇ। ਕੰਨ ਥੋੜ੍ਹਾ ਸੁਣਦੇ ਆ ਸਾਡੇ, ਕੰਨਾਂ ਰਾਹੀਂ ਆਪਣਾ ਸਾਰਿਆਂ ਦਾ ਮਨ ਸੁਣਦਾ ਹੈ। ਕੰਨ ਸੁਣਨ ਦਾ ਜਰੀਆ ਨੇ। ਇਸ ਕਰਕੇ ਪੂਰੀ ਦੀ ਪੂਰੀ ਬਾਣੀ ਹੈ ਨਾ ਜਿਹੜੀ ਬੇਟੇ, ਜਿਹੜੀ ਉਹ ਸਾਰੀ ਗੁਰਬਾਣੀ ਸਾਨੂੰ ਸਾਡੇ ਮਨ ਤੇ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਦੀ ਸਾਰੀ ਗੁਰਬਾਣੀ ਸਾਡੇ ਮਨ ਤੇ ਕੰਮ ਕਰ ਰਹੀ ਹੈ। ਕਿਤੇ ਗੁਰੂ ਸਾਹਿਬ ਕਹਿੰਦੇ ਆ ਮਨ ਜੀਤੇ ਜਗ ਜੀਤ, ਭਰੀ ਹੈ ਮੱਤ ਪਾਪਾਂ ਕੇ ਸੰਗ, ਹਨਾ। ਕਿੰਨੀਆਂ ਮਤਲਬ ਉਦਾਹਰਨਾਂ ਗੁਰੂ ਸਾਹਿਬ ਦੇ ਰਹੇ ਨੇ ਕਾਹਦੀਆਂ? ਮਨ ਦੀਆਂ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਮੈਂ ਯਤਨ ਬਹੁਤ ਕੀਤੇ ਪਰ ਇਹ ਸੱਚੇ ਪਾਤਸ਼ਾਹ ਤੇਰੇ ਗਿਆਨ ਨੂੰ, ਜਦੋਂ ਮੈਂ ਗਲਤੀ ਕਰਨ ਲੱਗਦਾ ਸੀ, ਜਦੋਂ ਮੇਰੀਆਂ ਅੱਖਾਂ ਕੰਨ ਮੇਰੇ ਨਾਲ ਧੱਕਾ ਕਰਨ ਲੱਗਦੇ ਸੀ, ਮੇਰੀਆਂ ਅੱਖਾਂ ਮੈਨੂੰ ਮੈਸੇਜ ਦੇਣ ਲੱਗੀਆਂ ਸੀ ਵੀ ਦੇਖ ਯਾਰ ਇਹ ਕਿੰਨਾ ਸੋਹਣਾ ਹੈ, ਕਿੰਨਾ ਵਧੀਆ ਹੈ, ਉਦੋਂ ਮੈਂ ਉਹਨੂੰ ਆਪਣੀਆਂ ਅੱਖਾਂ ਨਾਲ ਵੇਖਣ ਦਾ ਨਜ਼ਰੀਆ ਬਦਲ ਲੈਂਦਾ ਸੀ ਵੀ ਵਾਹ ਪ੍ਰਮਾਤਮਾ ਤੂੰ ਇਹਨੂੰ, ਤੇਰੀ ਬਣਾਈ ਹੋਈ ਇਹ ਮੂਰਤ ਕਿੰਨੀ ਪਿਆਰੀ ਹੈ ਹਨਾ ਬੇਟੇ। ਮਤਲਬ ਦ੍ਰਿਸ਼ਟੀ ਹੈ ਨਾ ਜਿਹੜੀ ਸਾਡੀ। ਦੇਖੋ ਬੇਟੇ ਵੱਡੇ ਬੱਚੇ ਹੋ ਨਾ ਤੁਸੀਂ ਸਾਰੇ, ਜਿਹੜੇ ਮੈਂ ਤੁਹਾਡੇ ਛੋਟਿਆਂ ਨੂੰ ਸ਼ਾਇਦ ਸਮਝ 'ਚ ਨਹੀਂ ਆਉਣੀ ਗੱਲ ਜਿਹੜੀ ਮੈਂ ਕਹਿਣ ਲੱਗਿਆ, ਵੀ ਮੰਨ ਲਓ ਅਸੀਂ ਕੁਛ ਵੇਖਿਆ ਹਨਾ, ਮੈਂ ਸਿੱਧਾ ਹੀ ਕਹਾਂ ਬੇਟੇ ਵੀ ਮੰਨ ਲਓ ਕਿਸੇ ਲੜਕੇ ਨੇ ਲੜਕੀ ਨੂੰ ਵੇਖਿਆ, ਕਿਸੇ ਲੜਕੀ ਨੇ ਲੜਕੇ ਨੂੰ ਵੇਖਿਆ, ਮੰਨ ਲਓ ਹਨਾ। ਅਸੀਂ ਜਦੋਂ ਉਹਨੂੰ ਵੇਖਿਆ, ਉਹਨੂੰ ਵੇਖ ਕੇ ਸਾਡੇ ਮਨ 'ਚ ਆਇਆ ਵੀ ਯਾਰ ਇਹ ਕਿੰਨਾ ਸੋਹਣਾ ਹੈ, ਠੀਕ ਹੈ ਜੀ। ਹੁਣ ਹਰੀ ਸਿੰਘ ਨਲੂਏ ਦੀ ਬੇਟੇ ਸਾਖੀ ਇੱਕ ਨਿੱਕੀ ਜਿਹੀ ਮੈਂ ਸ਼ਾਇਦ ਪਹਿਲਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਕਿ ਹਰੀ ਸਿੰਘ ਨਲੂਆ ਸੀ ਜਿਹੜਾ ਬਹੁਤ ਸੋਹਣਾ ਸੁਨੱਖਾ ਮੁੰਡਾ ਸੀ। ਸਾਖੀ ਹੋਰ ਹੈ, ਮੈਂ ਤੁਹਾਡੇ ਹਿਸਾਬ ਨਾਲ ਤੁਹਾਨੂੰ ਸਮਝਾਉਣ ਲੱਗਾ। ਪਰ ਜਦੋਂ ਹਰੀ ਸਿੰਘ ਨਲੂਏ ਨੂੰ ਜਿਹੜੇ ਪਠਾਨ ਨੂੰ ਹਰਾਇਆ ਸੀ ਨਾ, ਜਿਹੜੀ ਉਹਦੀ ਪਤਨੀ ਸੀ, ਉਹਨੂੰ ਜਦੋਂ ਮਿਲੀ, ਉਹਨੇ ਕੀ ਵੇਖਿਆ ਉਹਦੇ ਅੰਦਰ? ਸੋਹਣਾ ਸੁਨੱਖਾ ਵੇਖਿਆ ਨਾ। ਉਹ ਜਿਸ ਨਜ਼ਰੀਏ ਨਾਲ ਉਹਨੇ ਵੇਖਿਆ ਉਹਨੂੰ ਉਸ ਤਰ੍ਹਾਂ ਦਾ ਲੱਗਿਆ ਹਰੀ ਸਿੰਘ ਨਲੂਆ, ਤੇ ਉਹਨੇ ਮੰਗਿਆ ਕਿ ਵੀ ਮੈਂ ਆਪਣੀ ਕੁੱਖ ਤੋਂ ਤੇਰੇ ਵਰਗਾ ਬੱਚਾ ਚਾਹੁੰਦੀ ਹਾਂ, ਮਤਲਬ ਮੇਰੇ ਨਾਲ ਵਿਆਹ ਕਰਵਾ। ਸਿੱਧੇ ਦਾ ਸਿੱਧਾ ਅਰਥ ਕਰੀਏ
ਤੇ ਉਹਨੇ ਇਹ ਦੇਖਿਆ ਤੇ ਹਰੀ ਸਿੰਘ ਨਲੂਏ ਨੇ ਉਹਦੇ ਅੰਦਰੋਂ ਕੀ ਦੇਖਿਆ? ਹਰੀ ਸਿੰਘ ਨਲੂਏ ਨੇ ਉਹ ਪਠਾਨ ਦੇ ਘਰ ਵਾਲੀ ਦੇਖੀ। ਹੁਣ ਉਹਦੇ ਲਈ ਇੱਕ ਲੇਡੀਜ਼ ਹੈ, ਉਹਦੇ ਲਈ ਇੱਕ ਲੜਕਾ ਹੈ ਨਾ, ਹਰੀ ਸਿੰਘ ਨਲੂਆ, ਪਰ ਉਹਨੇ ਉਹਦੇ ਅੰਦਰੋਂ ਕੀ ਵੇਖ ਲਿਆ? ਉਹਦੇ ਅੰਦਰੋਂ ਬੇਟੇ ਆਪਣੀ ਮਾਂ ਵੇਖ ਲਈ, ਕਿਉਂਕਿ ਉਹਨੇ ਪੁੱਤ ਮੰਗਿਆ ਸੀ ਨਾ ਕਿ ਪੁੱਤ ਚਾਹੀਦਾ। ਤੇ ਹਰੀ ਸਿੰਘ ਨਲੂਏ ਨੇ ਫੜੀ ਬਾਂਹ, ਸਿਰ ਤੇ ਰੱਖੀ, ਕਹਿੰਦਾ ਲਓ ਜੀ, ਬਾਨੋ ਉਹਦਾ ਨਾਂ ਸੀ, ਕਹਿੰਦਾ ਅੱਜ ਤੋਂ ਬਾਅਦ ਤੁਸੀਂ ਮੇਰੀ ਮਾਤਾ, ਮੈਂ ਤੁਹਾਡਾ ਪੁੱਤਰ। ਹੁਣ ਜੇ ਤੁਸੀਂ ਫਿਜ਼ੀਕਲ ਦੇਖੋਗੇ ਨਾ ਬੇਟੇ, ਚੇਤਾ ਰੱਖਿਓ, ਜਦੋਂ ਤੁਸੀਂ ਕਿਸੇ ਨੂੰ ਫਿਜ਼ੀਕਲੀ ਵੇਖਿਆ ਉਦੋਂ ਤੁਹਾਡੇ ਮਨ 'ਚ ਫੁਰਨੇ ਕੀ ਬਣੇ, ਉਹ ਤੁਹਾਡਾ ਆਪਣਾ ਵਿਊ ਆ ਦੇਖਣ ਦਾ। ਉਸ ਵੇਲੇ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਜਦੋਂ ਦੇਖ ਰਹੇ ਹੋ, ਉਦੋਂ ਤੁਹਾਡਾ ਫੁਰਨਾ ਕੀ ਬਣਦਾ, ਉਹ ਤੁਹਾਡੇ ਤੇ ਡਿਪੈਂਡ ਹੈ, ਤੁਸੀਂ ਨੈਗੇਟਿਵ ਹੋ ਪੋਜ਼ਿਟਿਵ ਹੋ। ਪਰ ਉਹਨੂੰ ਵੇਖਣਾ ਕਿਵੇਂ ਹੈ, ਇਹ ਨਜ਼ਰੀਆ ਸਾਨੂੰ ਗੁਰਬਾਣੀ ਤੋਂ ਮਿਲਦਾ ਹੈ। ਠੀਕ ਹੈ, ਜਿਹਨੂੰ ਕਿਤੇ ਨਾ ਕਿਤੇ ਆਪਾਂ ਇਹ ਵੀ ਪੜ੍ਹਦੇ ਹਾਂ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣੇ ਜਾਣੇ। ਲੜਕੀ ਸੋਹਣੀ ਵੇਖੀ, ਵਾਹ ਯਾਰ ਕਿੰਨੀ ਸੋਹਣੀ ਕੁੜੀ ਆ ਨਾ, ਦੇਖ ਲੈ, ਵਾਹ ਇਹਨੂੰ ਬਣਾਉਣ ਵਾਲਾ ਕਿੰਨਾ ਸੋਹਣਾ ਹੈ। ਲਓ ਜੀ, ਰੱਬ ਦਿਸ ਗਿਆ ਨਾ ਉਹਦੇ ਚੋਂ। ਕੋਈ ਲੜਕਾ ਬੜਾ ਸੋਹਣਾ ਦੇਖਿਆ ਕਿਸੇ ਬੇਟੇ ਨੂੰ, ਵੀ ਕਿੰਨਾ ਸੋਹਣਾ ਲੜਕਾ ਹੈ। ਹੁਣ ਵਾਹ ਪ੍ਰਮਾਤਮਾ, ਕਾਸ਼ ਇਹ ਮੇਰਾ ਵੀਰ ਇੰਨਾ ਸੋਹਣਾ ਹੈ ਨਾ, ਉਹਦੇ ਚੋਂ ਭਰਾ ਦਿਸ ਗਿਆ। ਲਓ ਜੀ, ਮਤਲਬ ਸਾਡੀ ਜਿਹੜੀ ਭਰੀ ਹੈ ਮਤ ਪਾਪਾਂ ਕੇ ਸੰਗ ਨਾ, ਜਿਹਨੂੰ ਬੇਟੇ ਤੁਸੀਂ ਪੜ੍ਹ ਰਹੇ ਹੋ ਅਖੀਰਲੀ ਪੰਕਤੀ, ਦੁਰਮਤ ਸਿਓ ਨਾਨਕ ਫਦਿਓ, ਭੈੜੀ ਮਤ ਤੋਂ ਮੇਰਿਆ ਮਾਲਕਾ ਮੈਨੂੰ ਬਚਾ ਲਈ। ਮਾਲਕ ਬਚਾਉਣ ਦਾ ਅਰਥ, ਇਹ ਗੁਰਬਾਣੀ ਦਾ ਸੱਚਾ ਗਿਆਨ ਉਸ ਵੇਲੇ ਮੇਰੇ ਨਾਲ ਖੜੇਗਾ, ਵੀ ਨਹੀਂ ਮੇਰਿਆ ਮਨਾ ਤੂੰ ਮੇਰੇ ਨਾਲ ਧੱਕਾ ਕਰ ਰਿਹਾ, ਪਰ ਇਹ ਗਲਤ ਹੈ। ਉਸ ਸਮੇਂ ਉਹ ਕੁਝ ਸੈਕਿੰਡ ਦੇ ਵਿੱਚ ਆਪਣੇ ਆਪ ਨੂੰ ਸੰਭਾਲ ਲਿਆ, ਬਸ ਰੱਬ ਨੇ ਤੈਨੂੰ ਹੱਥ ਦੇ ਕੇ ਰੱਖ ਲਿਆ। ਜਿਹੜੀ ਪੰਕਤੀ ਆਪਾਂ ਪੜ੍ਹਦੇ ਹਾਂ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ, ਜਿਹਦੇ ਸਿਰ ਦਾ ਅਰਥ, ਜਿਹਦੇ ਦਿਮਾਗ ਵਿੱਚ ਸੱਚਾ ਗਿਆਨ ਹੈ, ਉਹ ਬਚ ਗਿਆ। ਸੋ ਬੇਟੇ ਇਹ ਆਪਣੇ 34 ਸ਼ਲੋਕਾਂ ਦੀ ਅੱਜ ਆਪਣੀ ਸੇਵਾ ਸੀ, 8 ਸ਼ਲੋਕ। ਸੋ ਆਪਾਂ ਸੰਖੇਪ ਸਮੇਂ ਵਿੱਚ ਇਹਨਾਂ ਦੀ ਵਿਚਾਰ ਕੀਤੀ ਹੈ। ਹੁਣ ਕਿਸੇ ਬੱਚੇ ਦਾ ਕੋਈ ਸਵਾਲ ਹੋਵੇ, ਆਪਾਂ 10 ਮਿੰਟ ਸਵਾਲ ਕਰਦੇ ਹਾਂ ਤੇ ਠੀਕ 5 ਵਜੇ ਆਪਾਂ ਕੈਂਪ ਦੀ ਸਮਾਪਤੀ ਕਰਨੀ ਹੈ। ਸੋ ਬੇਟੇ ਸਿੱਖਣਾ ਹੈ ਆਪਾਂ, ਹਨਾ, ਕੋਈ ਵੀ ਗੱਲ ਤੁਹਾਡੇ ਧਿਆਨ 'ਚ ਵਧੀਆ ਆਈ ਹੋਵੇ, ਇਹਨਾਂ ਨੂੰ ਸੁਣ ਕੇ ਇਹ ਜਿਸ ਤਰੀਕੇ ਨਾਲ ਆਪਾਂ ਸਮਝਣੀ ਹੈ ਗੁਰਬਾਣੀ, ਤਾਂ ਜ਼ਰੂਰ ਤੁਸੀਂ ਸ਼ੇਅਰ ਕਰਨੀ ਹੈ। ਮੈਂ ਉਮੀਦ ਕਰਦਾ ਕਿ ਸਾਰੇ ਬੱਚੇ ਤੁਸੀਂ ਅੱਜ ਤੋਂ ਬਾਅਦ ਆਪਣੇ ਮਨ ਦੇ ਤਲ ਤੇ ਸੋਚਣਾ ਸ਼ੁਰੂ ਕਰੋਗੇ ਤੇ ਗੁਰਬਾਣੀ ਦੇ ਗਿਆਨ ਨੂੰ ਜੀਵਨ 'ਚ ਲਾਗੂ ਕਰੋਗੇ। ਕੋਸ਼ਿਸ਼ ਕਰੀਏ ਅਸੀਂ ਜੀਵਨ ਦੇ ਵਿੱਚ ਜੋ ਗੁਰਬਾਣੀ ਦੀ ਸਮਝ ਆ ਉਹਨੂੰ ਜਿਉਈਏ ਬੇਟੇ, ਮਾਣੀਏ ਉਹਨੂੰ, ਪੜ੍ਹਦੇ ਹੀ ਨਾ ਰਹਿ ਜਾਈਏ, ਮਾਣ ਕੇ ਵੇਖੀਏ, ਫਿਰ ਸੱਚਾ ਸੁੱਖ ਮਿਲਣਾ। ਹਾਂਜੀ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ, ਸਾਨੂੰ ਇੰਨੀ ਵਧੀਆ ਨੌਲੇਜ ਦੇਣ ਦੇ ਲਈ। ਵਾਹਿਗੁਰੂ ਜੀ ਨੇ ਸਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸ਼ਲੋਕ ਮਹਲਾ 9ਵਾਂ ਗੁਰਬਾਣੀ ਦੇ ਨਾਲ ਗੁਰਬਾਣੀ ਦੀ ਉਦਾਹਰਨ ਦੇ ਕੇ ਵੀ ਸਮਝਾਇਆ। ਸੋ ਹੁਣ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਉੱਪਰ ਅਸੀਂ ਵੀ ਇਸੇ ਤਰ੍ਹਾਂ ਹੀ ਜੋ ਅਸੀਂ ਅੱਜ ਇਸ ਕੈਂਪ ਦੇ ਵਿੱਚੋਂ ਸਿੱਖਿਆ ਉਸ ਨੂੰ ਦੂਜਿਆਂ ਦੇ ਨਾਲ ਸ਼ੇਅਰ ਕਰੀਏ, ਤਾਂ ਜੋ ਸਾਰਿਆਂ ਦੇ ਇਸ ਪ੍ਰਕਾਸ਼ ਪੁਰਬ ਦੇ ਮੌਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੁਰਬਾਣੀ ਦੇ ਅਰਥ ਨੂੰ ਸਮਝ ਸਕਣ ਤੇ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆ ਸਕਣ ਜੀ। ਸੋ ਅੱਜ ਦੇ ਕੈਂਪ ਦੇ ਵਿੱਚ ਜਿਨ੍ਹਾਂ ਦੇ ਮਨ ਵਿੱਚ ਕੋਈ ਸਵਾਲ ਹੈ ਉਹ ਆਪਣੇ ਹੈਂਡ ਰੇਸ ਕਰ ਲੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਇਹਨਾਂ ਨੇ ਸਾਨੂੰ ਬਹੁਤ ਵਧੀਆ ਸਿੱਖਿਆ ਦਿੱਤੀ। ਵਾਹਿਗੁਰੂ ਜੀ, ਮੇਰਾ ਕੁਐਸਚਨ ਹੈ ਕਿ 26ਵੇਂ ਸ਼ਲੋਕ ਦੀ ਦੁਆਰਾ ਦੱਸੋ। ਕਿਹੜਾ ਬੇਟਾ ਜੀ? 26ਵਾਂ ਸ਼ਲੋਕ ਬੇਟੇ? ਹਾਂਜੀ। ਇਹਦੇ ਅਰਥ ਬੇਟਾ ਜੀ? ਹਾਂਜੀ ਬੇਟੇ ਇਹਦਾ ਅਰਥ ਹੈ ਕਿ ਪ੍ਰਾਣੀ ਕਸੂ ਨਾ ਚੇਤੇ ਹੀ ਮਦ ਮਾਇਆ ਕੇ ਅੰਧ, ਕਹੋ ਨਾਨਕ ਬਿਨ ਹਰ ਭਜਨ ਪਰਥ ਤਾਹੇ ਜਮ ਬੰਦ। ਕਹਿੰਦੇ ਗੁਰੂ ਸਾਹਿਬ ਕਹਿੰਦੇ ਵੀ ਜਦੋਂ ਅਸੀਂ ਚਸਕਿਆਂ ਵਿੱਚ ਪੈ ਜਾਂਦੇ ਆ ਨਾ ਬੇਟੇ, ਵੀ ਸਾਨੂੰ ਜਿਵੇਂ ਮੰਨ ਲਓ ਹੁਣ ਚਸਕਾ, ਜਿਵੇਂ ਬੱਚਿਆਂ ਨੂੰ ਕਿਹੜਾ ਚਸਕਾ, ਟੀਵੀ ਦੇਖਣ ਦਾ ਚਸਕਾ ਪੈ ਗਿਆ, ਹਨਾ, ਬੱਚਿਆਂ ਨੂੰ ਮੋਬਾਈਲ, ਜਿਹੜੇ ਬੱਚਿਆਂ ਦੇ ਚਸਕੇ ਨੇ, ਹਨਾ ਬੇਟੇ, ਬੱਚੇ ਕਿਹੜੀ ਚੀਜ਼ 'ਚ ਗੁਲਤਾਨ ਨੇ? ਮੋਬਾਈਲ ਦੇਖਣਾ, ਟੀਵੀ ਵੇਖਣਾ। ਟੀਵੀ ਮੋਬਾਈਲ ਦੇਖੋ ਬੇਟੇ, ਪਰ ਉਹਦਾ ਟਾਈਮ ਟੇਬਲ ਰੱਖੋ, ਹਨਾ। ਕਈ ਵਾਰ ਚਾਹ ਪਈ ਠੰਡੀ ਹੋ ਜਾਂਦੀ ਹੈ, ਰੋਟੀ ਪਈ ਠੰਡੀ ਹੋ ਜਾਂਦੀ ਹੈ, ਮੰਮੀ ਕਿਚਨ 'ਚ ਰੋਟੀ ਬਣਾਉਂਦੀ ਪਰੇਸ਼ਾਨ ਹੋ ਜਾਂਦੀ ਹੈ, ਤੇ ਇਹ ਚੀਜ਼ਾਂ ਨੂੰ ਬੇਟੇ ਅਸੀਂ ਤਰੀਕੇ ਨਾਲ ਮੰਨਣਾ, ਨਹੀਂ ਤਾਂ ਸਾਡੇ ਲਈ ਇਹ ਜੰਮ ਬਣ ਜਾਣਾ, ਹਨਾ। ਕਈ ਵਾਰ ਮੰਮੀ ਡੈਡੀ ਦੀ ਉਦੋਂ ਬੱਚਾ ਗੱਲ ਨਹੀਂ ਮੰਨਦਾ, ਉਹ ਫਿਰ ਕਹਿੰਦੇ ਨੇ ਨਾ ਗੁੱਸਾ ਹੋ ਕੇ ਵੀ ਤੂੰ ਸਾਨੂੰ ਕਿੱਥੋਂ ਜੰਮ ਚੰਬੜ ਗਿਆ। ਜੰਮ ਮੀਨਜ਼ ਜਨਮ ਮਰਨ, ਹਨਾ। ਵੀ ਇਹਨਾਂ ਚਸਕਿਆਂ 'ਚ ਨਹੀਂ ਪੈਣਾ, ਅਸੀਂ ਆਪਣੇ ਕੰਮ ਨੂੰ, ਆਪਣੇ ਤੁਹਾਡੇ ਬੱਚਿਆਂ ਦੇ ਸੰਬੰਧ ਨਾਲ ਬੇਟੇ ਮੈਂ ਦੱਸ ਰਿਹਾ
ਵੀ ਇਹ ਧਿਆਨ ਚ ਰੱਖਿਓ ਆਪਣੇ ਟਾਈਮ ਨੂੰ, ਕੋਈ ਵੀ ਚੀਜ਼ ਕਰਨੀ ਹੈ ਟਾਈਮ ਲਈ ਕਰਨੀ ਹੈ। ਕਿਸੇ ਚੀਜ਼ ਦਾ ਮਤਲਬ ਇਹ ਨਹੀਂ, ਕਈ ਬੱਚੇ ਸਕੂਲੋਂ ਆਉਂਦੇ ਨਾ, ਆਉਣ ਸਾਰ ਉਹਨਾਂ ਨੇ ਬੈਗ ਬਾਅਦ ਚ ਲਾਉਣਾ ਹੈ, ਕੱਪੜੇ ਬਾਅਦ ਚ, ਵਰਦੀ ਬਾਅਦ ਚ ਲਾਉਣੀ ਹੈ, ਪਹਿਲਾਂ ਉਹਨਾਂ ਨੇ ਮੋਬਾਈਲ ਚੱਕ ਕੇ ਡਾਟਾ ਔਨ ਕਰਕੇ ਮੈਸੇਜ ਦੇਖਣੇ ਹੈ ਵੀ ਕੀ ਆ ਗਿਆ, ਰੋਟੀ ਬਾਅਦ ਚ, ਉਹ ਵੀ ਇੱਕ ਚਸਕਾ ਹੈ। ਸੋ ਧਿਆਨ ਰੱਖਿਓ ਬੇਟੇ ਇਹਨਾਂ ਦਾ, ਇਹਦਾ ਅਰਥ ਇਹੀ ਹੈ ਬੇਟੇ ਸਕੇਲ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਬੇਟੇ। ਵਾਹਿਗੁਰੂ ਜੀ, ਮੇਰਾ ਇਹ ਸਵਾਲ ਹੈ ਕਿ ਲੋਕ ਕਹਿੰਦੇ ਹਨ ਕਿ ਨਸ਼ਾ ਕਰਕੇ ਹਨਾ ਸਾਰਾ ਕੰਮ ਛੇਤੀ ਹੋ ਜਾਂਦਾ ਹੈ, ਕਿ ਸਾਰਾ ਕੰਮ ਹੋ ਜਾਂਦਾ ਹੈ ਸੱਚੀ? ਨਸ਼ਾ ਕਰਕੇ ਬੇਟੇ? ਹਾਂਜੀ ਹਾਂਜੀ ਬੇਟੇ ਦੇਖੋ, ਹੁਣ ਗੁਰੂ ਸਾਹਿਬ ਨੇ ਤਾਂ ਬਾਰ-ਬਾਰ ਹਨਾ, ਦੇਖੋ ਇਹਦੇ ਚ ਜਿੰਨੇ ਵੀ ਆਪਣੇ ਸ਼ਲੋਕ ਆਏ ਹੈ, ਤੁਸੀਂ ਬੇਟੇ ਇਹਨਾਂ ਦੇ ਅਰਥ ਦੁਬਾਰਾ ਫੇਰ ਪੜ੍ਹਿਓ, ਬੁੱਕ ਸਾਹਿਬ ਤੁਹਾਡੇ ਕੋਲ ਹੋਏਗੀ ਅਰਥਾਂ ਵਾਲੀ। ਗੁਰੂ ਸਾਹਿਬ ਕਹਿੰਦੇ ਮਾਇਆ ਦਾ ਨਸ਼ਾ ਹਨਾ, ਇਹਨਾਂ ਚਸਕਿਆਂ ਦੇ ਵਿੱਚ ਨਸ਼ੇ ਤੋਂ ਤਾਂ ਬੇਟੇ ਗੁਰੂ ਸਾਹਿਬ ਕਹਿੰਦੇ ਨਸ਼ਾ ਕਰਨਾ ਹੈ। ਦੇਖੋ ਗੁਰਬਾਣੀ ਦੇ ਅੰਦਰ ਬੇਟੇ ਨਸ਼ਾ ਕਰਨ ਦੀ ਗੱਲ ਗੁਰੂ ਸਾਹਿਬ ਜੀ ਨੇ ਕਹੀ ਹੈ ਹਨਾ। ਜੇ ਗੁਰੂ ਸਾਹਿਬ ਕਹਿੰਦੇ ਵੀ ਚੋਰੀ ਵੀ ਕਰਨੀ ਹੈ, ਨਸ਼ਾ ਵੀ ਕਰਨਾ, ਨਸ਼ਾ ਕਰਨਾ ਸੱਚੇ ਗਿਆਨ ਦਾ। ਦੇਖੋ ਨਸ਼ਾ ਕੀ ਹੋ ਗਿਆ ਵੀ ਮੈਂ ਪੜ੍ਹਾਈ ਵਿੱਚ ਵਧੀਆ ਨੰਬਰ ਲੈ ਕੇ ਜੋ ਮੇਰੇ ਮਾਂ-ਬਾਪ ਦੇ ਸੁਪਨੇ ਨੇ ਮੈਂ ਉਹਨਾਂ ਨੂੰ ਪੂਰੇ ਕਰਾਂਗਾ। ਇਸ ਨਸ਼ੇ ਦੇ ਵਿੱਚ ਇੰਨਾ ਕੁ ਬੱਚਾ ਐਕਟਿਵ ਹੋ ਗਿਆ, ਨਸ਼ਾ ਦਿਮਾਗ ਨੂੰ ਚੜ ਗਿਆ, ਪੋਜ਼ਿਟਿਵ ਨਸ਼ਾ, ਤੇ ਹੁਣ ਆਪਦੀ ਪੜ੍ਹਾਈ, ਗੁਰਬਾਣੀ, ਨਿਤਨੇਮ, ਸਹਿਜ ਪਾਠ, ਘਰ ਦੇ ਕੰਮ, ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਲੱਗ ਗਿਆ। ਮੰਮੀ ਡੈਡੀ ਕਹਿੰਦੇ ਤੈਨੂੰ ਕੀ ਹੋ ਗਿਆ, ਤੂੰ ਤਾਂ ਸ਼ਰਾਬੀਆਂ ਵਾਂਗੂ ਨਸ਼ਾ ਚੜ ਗਿਆ। ਨਸ਼ਾ ਬੇਟੇ ਗੁਣਾਂ ਦਾ ਚੜਾਉਣਾ ਹੈ। ਗੁਰੂ ਸਾਹਿਬ ਕਹਿੰਦੇ ਨਸ਼ਾ ਕਰਨਾ ਗੁਣਾਂ ਦਾ, ਪੋਜ਼ਿਟਿਵ ਨਸ਼ਾ ਕਰਨਾ, ਨੈਗੇਟਿਵ ਨਸ਼ਾ ਨਹੀਂ ਕਰਨਾ ਜਿਹੜਾ ਸਾਡੀ ਬੁੱਧੀ ਨੂੰ, ਸਾਡੀ ਮੱਤ ਨੂੰ ਡੈਡ ਕਰੇ, ਬ੍ਰੇਨ ਨੂੰ, ਉਹ ਨਸ਼ਾ ਨਹੀਂ ਕਰਨਾ। ਹਾਂਜੀ ਹਾਂਜੀ ਬੇਟੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਫਤਿਹ ਬੇਟੇ। ਮੈਂ ਤੇ ਜੀ ਏਦਾਂ ਕਹਿਣਾ ਚਾਹਾਂਗਾ ਵੀ ਅੱਜ ਸ਼ਲੋਕਾਂ ਦੇ ਵਿਚਾਰ ਚੱਲ ਰਹੀ ਹੈ, ਨਸ਼ੇ ਬਾਰੇ ਵੱਧ ਦੱਸਿਆ ਜਾ ਰਿਹਾ ਵੀ ਜਿਹੜਾ ਨਸ਼ਾ ਕਿਸੇ ਵੀ ਚੀਜ਼ ਦਾ ਜੇ ਸਾਨੂੰ ਹੋ ਜੇ, ਜੇ ਨੈਗੇਟਿਵ ਵਿਚਾਰਾਂ ਦਾ ਹੋ ਜੇ, ਫਿਰ ਸਾਡੀ ਉਦਾਂ ਦਾ ਮੂਡ ਹੋ ਜਾਂਦਾ, ਉਦਾਂ ਦੀ ਸਾਡੀ ਜ਼ਿੰਦਗੀ ਹੋ ਜਾਂਦੀ ਆ, ਉਦਾਂ ਦਾ ਸਾਡਾ ਬਿਹੇਵੀਅਰ ਹੋ ਜਾਂਦਾ। ਤੇ ਇੱਕ ਕਿਤਾਬ ਆ ਨਸ਼ਾ ਕਰੋ ਪਰ ਕਿਹੜਾ, ਮੈਂ ਹਰੇਕ ਨੂੰ ਇਹ ਕਹਿਣਾ ਵੀ ਉਹ ਕਿਤਾਬ ਏਦਾਂ ਕਿਤੇ ਬੁੱਕ ਡਿਪੂ ਤੋਂ ਮਿਲ ਜੂ, ਜਾਂ ਜਿੱਥੇ ਵੀ ਕਿਤੇ ਸਟਾਲ ਲੱਗੀ ਉੱਥੋਂ ਗੁਰਬਾਣੀ ਦੀ ਸਟਾਲ ਤੋਂ ਮਿਲ ਜੂ। ਤੇ ਉਹ ਬਹੁਤ ਵਧੀਆ ਕਿਤਾਬ ਆ ਜੀ, ਨਸ਼ਾ ਕਰੋ ਪਰ ਕਿਹੜਾ। ਉਹ ਪੂਰੀ ਕਿਤਾਬ ਇੱਕ ਵਾਰੀ ਜ਼ਰੂਰ ਪੜ੍ਹੋ ਜੀ, ਉਸ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓਕੇ ਬੇਟਾ, ਥੈਂਕ ਯੂ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਬੇਟੇ। ਅੰਕਲ ਜੀ 29ਵਾਂ ਸ਼ਲੋਕ ਇੱਕ ਵਾਰ ਦੁਬਾਰਾ ਸਮਝਾ ਦਿਓ। ਬੇਟੇ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਨ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਜੋ ਪ੍ਰਾਣੀ, ਅਰਥ ਬੇਟੇ ਦੇ ਸਿੱਧੇ ਸਿੱਧੇ ਹੀ ਹੈ ਵੀ ਜਿਹੜਾ ਮਨੁੱਖ ਨਿਸ ਦਿਨ ਪ੍ਰਮਾਤਮਾ ਨੂੰ ਹਰ ਵੇਲੇ ਧਿਆਨ ਚ ਰੱਖਦਾ ਹੈ, ਮਤਲਬ ਪ੍ਰਮਾਤਮਾ ਦੇ ਗੁਣਾਂ ਨੂੰ, ਕੁਦਰਤ ਦੇ ਨਿਯਮ ਨੂੰ ਧਿਆਨ ਚ ਰੱਖਦਾ ਹੈ ਨਾ, ਉਹ ਕਹਿੰਦੇ ਪ੍ਰਮਾਤਮਾ ਉਹਦੇ ਅੰਗ ਸੰਗ ਹੈ। ਮਤਲਬ ਹਰ ਵੇਲੇ ਬੇਟੇ ਅਸੀਂ ਇਹ ਧਿਆਨ ਰੱਖਣਾ ਹੈ ਵੀ ਸਹੀ ਕੀ ਹੈ, ਗਲਤ ਕੀ ਹੈ। ਇਹ ਸਮਝ ਸਾਨੂੰ ਕਿੱਥੋਂ ਮਿਲਣੀ ਹੈ, ਸਹੀ ਕੀ ਹੈ, ਗਲਤ ਕੀ ਹੈ? ਇਹ ਸਾਨੂੰ ਗੁਰਬਾਣੀ ਨੂੰ ਸਮਝ ਕੇ, ਠੀਕ ਹੈ, ਸਾਡੇ ਪੇਰੈਂਟਸ ਕੋਲ ਬੈਠ ਕੇ, ਸਾਡੇ ਬੇਬੇ ਬਾਪੂ ਤੋਂ ਸੁਣ ਕੇ, ਉਹਨਾਂ ਦੇ ਐਕਸਪੀਰੀਅੰਸ ਚੋਂ ਚੰਗੀਆਂ ਚੰਗੀਆਂ ਗੱਲਾਂ ਸਿੱਖ ਕੇ ਉਹ ਸੱਚ ਨੂੰ ਜੀਵਨ ਚ ਕਮਾਉਣਾ ਬਸ ਆਪਾਂ। ਹਾਂਜੀ ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਪੁੱਤਰ। ਵਾਹਿਗੁਰੂ ਜੀ, ਮੇਰਾ ਸਵਾਲ ਇਹ ਸੀ ਕਿ ਜਿਵੇਂ ਸਾਨੂੰ ਨਸ਼ਾ ਨਹੀਂ ਕਰਨਾ ਚਾਹੀਦਾ, ਤੇ ਉਵੇਂ ਜਿਵੇਂ ਲੋਕੀ ਕਹਿੰਦੇ ਹਨ ਕਿ ਅਸੀਂ ਦਵਾਈ ਦੇ ਤੌਰ ਤੇ ਅੰਡੇ ਮੀਟ ਖਾਂਦੇ ਹਾਂ, ਕਿ ਉਹ ਸਹੀ ਹੈ ਜਾਂ ਗਲਤ ਹੈ? ਬੇਟੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਭੈਣ ਜੀ ਮੈਂ ਪੰਕਤੀ ਬੋਲਣ ਲੱਗਿਆ, ਉਹ ਸ਼ੇਅਰ ਕਰਿਓ ਜੀ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀ ਹੈ, ਮਨ ਮੇ ਚੱਲੇ ਵਿਕਾਰ। ਬੇਟੇ ਨਾ ਤਾਂ ਇੱਥੇ ਇਕੱਲੀ ਆਂਡਿਆਂ ਦੀ ਗੱਲ ਹੈ, ਨਾ ਮੀਟ ਦੀ ਹੈ, ਨਾ ਸ਼ਰਾਬ ਦੀ ਹੈ। ਗੁਰੂ ਸਾਹਿਬ ਨੇ ਇੱਕ ਫਾਰਮੂਲਾ ਦੇਤਾ ਵੀ ਜਿਹੜੀ ਚੀਜ਼ ਖਾਣ ਦੇ ਨਾਲ, ਠੀਕ ਹੈ ਬੇਟੇ, ਸਾਰੇ ਬੱਚੇ ਸੁਣ ਲਓ, ਵੀ ਜਿਹੜੀ ਚੀਜ਼ ਖਾਣ ਦੇ ਨਾਲ ਤੇਰੇ ਮਨ 'ਚ ਬੁਰੇ ਵਿਚਾਰ ਪੈਦਾ ਹੋਣ, ਉਹ ਨਹੀਂ ਖਾਣਾ। ਪੜੋ ਬੇਟੇ ਸਾਰੇ ਬੱਚੇ ਤੁਸੀਂ,
ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀ ਹੈ। ਵੀ ਜਿਹੜੀ ਚੀਜ਼ ਖਾਣ ਦੇ ਨਾਲ ਤੁਹਾਡੇ ਮਨ ਦੇ ਵਿੱਚ ਵਿਕਾਰ ਪੈਦਾ ਹੁੰਦੇ ਨੇ, ਭਾਵ ਜਿਹੜੀ ਚੀਜ਼ ਖਾਣ ਦੇ ਨਾਲ ਹਨਾ ਤੁਹਾਨੂੰ ਇਹ ਲੱਗਦਾ ਹੈ ਵੀ ਮੈਨੂੰ ਜਿਵੇਂ ਹੁਣ ਮੰਨ ਲਓ ਐਗਜ਼ਾਮਪਲ ਲੈ ਲਓ ਵੀ ਜਿਹੜੇ ਬੱਚੇ ਦੇ ਰੋਜ਼ ਟੀਵੀ ਵੇਖਣ ਨਾਲ, ਉਹ ਕੋਈ ਸੀਰੀਅਲ ਦੇਖਦਾ ਰੋਜ਼ ਹਨਾ, ਉਹਦਾ ਮਨ ਕੰਨਾਂ ਰਾਹੀਂ ਇਹ ਚੀਜ਼ ਦਾ ਚਸਕਾ ਖਾ ਹੀ ਰਹੀ ਹੈ ਨਾ, ਉਹਦੀ ਸੁਰ ਤੋਂ ਸਵਾਦ ਲੈ ਰਹੀ ਹੈ ਨਾ, ਤੇ ਉਹ ਚੀਜ਼ ਉਹ ਕਦੇ ਵੀ ਮਿਸ ਨਹੀਂ ਕਰਦਾ। ਸੁਰਤ ਖਾ ਰਹੀ ਹੈ ਨਾ। ਫਿਜ਼ੀਕਲੀ ਖਾਣਾ ਬੇਟੇ ਤੁਹਾਡਾ ਕੀ ਹੈ ਇਹ ਮੈਟਰ ਨਹੀਂ ਕਰਦਾ, ਪਰ ਜਿਹੜੀ ਚੀਜ਼ ਖਾਣ ਦੇ ਨਾਲ ਤੁਹਾਡੇ ਵਿਕਾਰ, ਜ਼ਰੂਰੀ ਨਹੀਂ ਵੀ ਤੁਸੀਂ ਇਹ ਚੀਜ਼ ਖਾ ਕੇ ਜਾਂ ਨਾ ਖਾ ਕੇ, ਇਸ ਕਰਕੇ ਧਿਆਨ ਚ ਰੱਖਿਓ ਬੇਟੇ ਜੋ ਖਾਣਾ ਹੈ, ਗੁਰੂ ਸਾਹਿਬ ਕਹਿੰਦੇ ਵੀ ਸਾਦਾ ਖਾਓ ਹਨਾ, ਸਿੰਪਲ ਲਿਵਿੰਗ ਹਾਈ ਥਿੰਕਿੰਗ। ਸਾਡੀ ਸੋਚ ਜਿਹਨੂੰ ਆਪਾਂ ਪੜ੍ਹਦੇ ਹਾਂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਜਦੋਂ ਤੁਸੀਂ ਬੇਟੇ ਗੁਰਬਾਣੀ ਨਾਲ ਜੁੜੇ ਰਹੋਗੇ ਨਾ, ਇਹ ਚੀਜ਼ਾਂ ਤੁਹਾਨੂੰ ਆਪਣੇ ਆਪ ਤੁਹਾਡੇ ਅੰਦਰੋਂ ਨਿਕਲਣਗੀਆਂ, ਤੁਹਾਡੇ ਵਿਚਾਰ ਬਦਲਣਗੇ। ਇਹ ਚੀਜ਼ਾਂ ਦਾ ਨਾਂ ਹੀ ਨਹੀਂ ਆਉਣਾ ਤੁਹਾਡੀ ਜ਼ੁਬਾਨ ਤੇ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਣੀ ਕਸ ਪਾਈ ਹੈ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤਰਾ ਸਮਿਓ ਪਚਵਾਈ ਹੈ। ਗੁਰੂ ਜੀ ਨੇ ਇੱਥੇ ਨਾ ਇਹ ਪੂਰਾ ਸ਼ਬਦ ਬੇਟੇ ਆਪਾਂ ਕਿਤੇ ਫੇਰ ਵਿਚਾਰਾਂਗੇ। ਇਹ ਜਿਹੜੇ ਜੋਗੀ ਸੀ ਉਹ ਸ਼ਰਾਬ ਪੀਂਦੇ ਹੁੰਦੇ ਸੀਗੇ, ਤੇ ਗੁਰੂ ਜੀ ਕਹਿੰਦੇ ਉਹਨਾਂ ਨੂੰ ਉਸੇ ਤਰੀਕੇ ਨਾਲ ਸਮਝਾਤੇ, ਕਹਿੰਦਾ ਜਿਹੜਾ ਗੁੜ ਤੁਸੀਂ ਪਾਉਂਦੇ ਹੋ ਨਾ ਸ਼ਰਾਬ ਕੱਢਣ ਲਈ, ਉਹ ਗਿਆਨ ਦਾ ਗੁੜ ਬਣਾ ਲਓ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈ ਹੈ। ਗਿਆਨ ਨੂੰ ਗੁੜ ਬਣਾ ਲਓ, ਗਿਆਨ ਵਿੱਚੋਂ ਨਿਕਲੀ ਹੋਈ ਸ਼ਰਾਬ, ਨਿਕਲੇ ਹੋਏ ਵਿਚਾਰ ਤੁਹਾਡਾ ਜੀਵਨ ਸੋਹਣਾ ਬਣਾ ਜਾਣਗੇ। ਠੀਕ ਆ ਬੇਟੇ। ਹਾਂਜੀ ਅਗਲਾ ਬੱਚਾ। ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੱਬਾ ਜੀ ਮੇਰਾ ਕੁਐਸਚਨ ਸੀਗਾ ਵੀ ਜਿਹੜਾ ਤੁਸੀਂ ਕਿਹਾ ਸੀਗਾ 25ਵਾਂ ਸ਼ਲੋਕ ਪ੍ਰਾਨੀ ਰਾਮ ਨਾ ਚੇਤੀ ਮਾਧ ਮਾਇਆ ਕੇ ਅੰਤ, ਵੀ ਜਿਹੜੇ ਵਿੱਚ ਇਹਦੇ ਵਿੱਚ ਮਾਧ ਕਿਹਾ ਗਿਆ ਹੈ ਵੀ ਇਸ ਦਾ ਮਤਲਬ ਕੀ ਹੈ? ਪ੍ਰਾਣੀ ਕਛੂ ਨਾ ਚੇਤੀ ਮਦ, ਮਦ ਦਾ ਅਰਥ ਹੈ ਬੇਟੇ ਨਸ਼ਾ। ਨਸ਼ਾ ਕਹਿ ਲੋ, ਸਵਾਦ ਕਹਿ ਲੋ, ਚਸਕਾ ਕਹਿ ਲੋ, ਠੀਕ ਹੈ। ਕੁਛ ਵੀ ਮਤਲਬ ਚਸਕੇ ਵਿੱਚ ਪਿਆ। ਹੁਣ ਦੇਖੋ ਜਿਹੜੇ ਬੱਚੇ ਨੂੰ ਸੀਰੀਅਲ ਦੇਖਣ ਦਾ ਚਸਕਾ ਪਿਆ ਵੈ, ਉਹਦੀ ਮੰਮੀ ਕਹਿੰਦੀ ਬੇਟੇ ਗੁਰਦੁਆਰਾ ਸਾਹਿਬ ਚੱਲਿਆ ਮੱਥਾ ਟੇਕਣ, ਉਹ ਕਹਿੰਦਾ ਤੁਸੀਂ ਜਾਓ। ਉਹ ਹੁਣ ਕੀ ਆ ਮਦ, ਮਦ ਮੀਨਜ਼ ਨਸ਼ਾ। ਉਹ ਉਹਨੂੰ ਚੀਜ਼ ਨੂੰ ਨਹੀਂ ਛੱਡ ਸਕਦਾ, ਗੁਰਦੁਆਰੇ ਜਾਣਾ ਛੱਡ ਸਕਦਾ। ਉਹ ਕਿਸੇ ਵੀ ਚੀਜ਼ ਦਾ ਹੋ ਸਕਦਾ, ਮੋਬਾਈਲ ਦਾ ਹੋ ਸਕਦਾ, ਟੀਵੀ ਦਾ ਹੋ ਸਕਦਾ ਹਨਾ, ਕਿ ਕਿਸੇ ਵੀ ਚੀਜ਼ ਦਾ ਹੋ ਸਕਦਾ ਬੇਟੇ। ਨਸ਼ੇ ਬਹੁਤ ਤਰ੍ਹਾਂ ਦੇ ਨਾ। ਹਾਂਜੀ ਅਗਲਾ ਕੋਈ ਬੱਚਾ। ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਜੀ ਖਾਲਸਾ ਵਾਹਿ ਜੀ ਫਤਿਹ। ਬੇਟੇ ਸਰ ਮੈਂ ਐਵੇਂ ਪੁੱਛਣਾ ਸੀ ਸਰ, ਜੇ ਇੱਕ ਪਾਸੇ ਆਪਾਂ ਪਾਠ ਕਰ ਰਹੇ ਹੋਈਏ ਤੇ ਦੂਜੇ ਪਾਸੇ ਘਰੋਂ ਮਤਲਬ ਕੋਈ ਕੰਮ ਕਹਿ ਦੇ, ਸਰ ਆਪਾਂ ਨੂੰ ਪਹਿਲਾਂ ਪਾਠ ਕਰਨਾ ਚਾਹੀਦਾ ਜਾਂ ਕੰਮ ਕਰਨਾ ਚਾਹੀਦਾ ਹੈ? ਬੇਟੇ ਹੁਣ ਇੱਥੇ ਸੌਖਾ ਜੀ ਹੱਲ ਇਹਦਾ ਇਹ ਹੈ ਵੀ ਗੁਰੂ ਸਾਹਿਬ ਕਹਿੰਦੇ ਨਾ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ। ਰਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਠੀਕ ਹੈ ਬੇਟੇ। ਅਸੀਂ ਆਪਣੀ ਕਿਰਤ ਕਰਨੀ ਹੈ, ਨਾਲ ਗੁਰੂ ਨਾਲ ਜੁੜਨਾ ਹੈ, ਗੁਰਬਾਣੀ ਪੜ੍ਹਨੀ ਹੈ। ਜੇ ਰਹਿ ਰਾਸ ਸਾਹਿਬ ਸਾਡੇ ਕੰਠ ਹੈ ਤੇ ਕੰਮ ਅਸੀਂ ਰੂਟੀਨ 'ਚ ਜਿਹੜੇ ਕਰ ਰਹੇ ਹਾਂ ਨਾ, ਜ਼ਰੂਰੀ ਨਹੀਂ ਵੀ ਬੇਟੇ ਆਪਾਂ ਬੈਠ ਕੇ ਹੀ ਬਾਣੀ ਪੜ੍ਹਨੀ ਹੈ। ਜਦੋਂ ਸਾਡਾ ਚੇਤੇ ਵਿੱਚ ਪ੍ਰਮਾਤਮਾ ਹੈ ਨਾ, ਉਹ ਅਸੀਂ ਆਪਣਾ ਟਾਈਮ ਟੇਬਲ ਜਿਹੜਾ ਵਾਰ-ਵਾਰ ਕੈਂਪ 'ਚ ਕਿਹਾ ਜਾਂਦਾ ਉਹ ਬਣਾਓ ਨਾ ਬੇਟੇ। ਟਾਈਮ ਟੇਬਲ ਵੀ ਨਿਤਨੇਮ ਅੰਮ੍ਰਿਤ ਵੇਲੇ ਜਦੋਂ ਕੰਮਾਂ ਤੋਂ ਪਹਿਲਾਂ ਉੱਠ ਕੇ ਕਰ ਲਿਆ, ਰਹਿ ਰਾਸ ਸਾਹਿਬ ਦਾ ਆਪਦੇ ਕੰਮ ਨਿਬੇੜ ਕੇ ਬੈਠੇ ਆ। ਜੇ ਅਸੀਂ ਬੈਠੇ ਹੀ ਕੰਮਾਂ ਦੇ ਟਾਈਮ ਅਸੀਂ ਪਾਠ ਕਰਦੇ ਹਾਂ, ਉਧਰੋਂ ਕੰਮ ਦੇ ਟਾਈਮ ਮੰਮੀ ਪਾਠ ਕਰਨ ਲੱਗ ਗਈ, ਉਧਰੋਂ ਬੇਟੇ ਬੱਚੇ ਪਾਠ ਕਰਨ ਲੱਗ ਗਏ, ਪਾਪਾ ਨੇ ਖੇਤ ਜਾਣਾ ਹੈਗਾ ਜਾਂ ਉਹਨੇ ਆਪਦੇ ਦੁਕਾਨ ਤੇ ਜਾਣਾ ਹੈਗਾ, ਫਿਰ ਤਾਂ ਬੇਟੇ ਲੜਾਈ ਪਊਗੀ। ਉਹ ਕਹੂਗਾ ਮੈਂ ਤੁਹਾਡੇ ਪਾਠ ਨੂੰ ਕੀ ਕਰਾਂ। ਤੇ ਉਹ ਟਾਈਮ ਟੇਬਲ ਬੇਟੇ ਅਸੀਂ ਕਰਨਾ ਹੈਗਾ, ਕੰਮ ਦੇ ਟਾਈਮ ਤੇ ਕੰਮ, ਤੇ ਕੰਮ ਦੇ ਵਿੱਚੋਂ ਜਿਹੜਾ ਟਾਈਮ ਹੈ ਜਿਹੜਾ ਆਪਣਾ, ਉਹ ਟਾਈਮ ਤੇ ਅਸੀਂ ਬਾਣੀ ਪੜ੍ਹਨੀ ਆ। ਹਾਂ ਕੋਈ ਐਮਰਜੈਂਸੀ ਸਾਡਾ ਕੋਈ ਟਾਈਮ ਨਾ ਸੈੱਟ ਹੋਵੇ, ਅਸੀਂ ਬਾਣੀ ਅੱਗੇ ਪਿੱਛੇ ਵੀ ਪੜ੍ਹ ਸਕਦੇ ਹਾਂ। ਕੋਈ ਜ਼ਰੂਰੀ ਨਹੀਂ ਵੀ ਅਸੀਂ ਉਹ ਸੇਮ ਟਾਈਮ ਤੇ ਅੱਗੇ ਪਿੱਛੇ ਵੀ ਕਰ ਸਕਦੇ ਹਾਂ, ਪਰ ਕੋਸ਼ਿਸ਼ ਕਰੀਏ ਆਪਣਾ ਟਾਈਮ ਟੇਬਲ ਸੈੱਟ ਕਰਕੇ ਰੱਖੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ। ਵਾਹਿਗੁਰੂ ਜੀ ਮੇਰਾ ਇਹ ਕੁਐਸਚਨ ਆ, ਐਨੀ ਟਾਈਮ ਮਤਲਬ ਕਿ ਕੋਈ ਸਿੱਖ ਆ ਉਹ ਨੋਨ ਵੈਜੀਟੇਰੀਅਨ ਦਾ ਕੰਮ ਕਰਦਾ ਜੀ, ਤੇ ਜੀ ਮਤਲਬ ਉਹਦਾ ਕੰਮ ਹੀ ਇਹ ਆ ਵੀ ਮਤਲਬ ਕਿ ਸਪਲਾਈ ਕਰਨਾ ਖਾਣਾ ਜਾਂ ਬਣਾਉਣਾ ਜੀ, ਇਹ ਸਹੀ ਆ? ਮਤਲਬ ਜੇ ਉਹ ਕੋਈ ਗੁਰਸਿੱਖ ਆ ਜੀ, ਮਤਲਬ ਉਹਦਾ ਕੰਮ ਹੀ ਜੀ ਇਹ ਆ ਵੀ ਨੋਨ ਵੈਜੀਟੇਰੀਅਨ ਬਣਾਉਣਾ ਜਾਂ ਸਪਲਾਈ ਕਰਨਾ ਜੀ।
ਬੇਟੇ ਜਦੋਂ ਤੁਸੀਂ ਕਿੱਤੇ ਦੀ ਗੱਲ ਕਰੋਗੇ ਨਾ, ਨੋਟ ਕਰਿਓ ਸਾਰੇ ਬੱਚੇ ਤੁਸੀਂ ਇਹ ਸਵਾਲ ਸ਼ਾਰਟ ਜੀ, ਵੀ ਦੇਖੋ ਜਿਹੜਾ ਸਾਡਾ ਕਿੱਤਾ ਹੈ ਨਾ, ਮੰਨ ਲਓ ਵੀ ਜਿੱਦਾਂ ਤੁਸੀਂ ਬੋਲਿਆ ਵੀ ਉਹ ਇਹ ਕੰਮ ਕਰਦਾ ਹੈ। ਹੁਣ ਜਿਹੜੇ ਭਗਤ ਸਦਨਾ ਜੀ ਨੇ ਨਾ ਬੇਟੇ, ਉਹਨਾਂ ਦਾ ਕਿਤੇ ਆਪਾਂ ਫੇਰ ਕਰਾਂਗੇ। ਭਗਤ ਸਦਨਾ ਜੀ ਕਸਾਈ ਮਤਲਬ ਬੱਕਰੇ ਵੱਢਣ ਦਾ ਕੰਮ ਕਰਦੇ ਨੇ, ਭਗਤ ਸਦਨਾ ਜੀ ਕਰਦੇ ਨੇ, ਉਹ ਉਹਨਾਂ ਦਾ ਕਿੱਤਾ ਹੈ। ਪਰ ਜੇ ਅਸੀਂ ਕਿੱਤੇ ਨੂੰ ਬੇਟੇ ਕਹਾਂਗੇ ਵੀ ਇਹ ਧਰਮ ਨਾਲ ਨਹੀਂ, ਇਹ ਕਿੱਤਾ ਵੀ ਜੋੜ ਕੇ ਜਿਹੜਾ ਇਹ ਕੰਮ ਕਰਦਾ ਉਹ ਧਰਮ ਹੀ ਨਹੀਂ ਹੋ ਸਕਦਾ। ਇੱਕ ਤਾਂ ਉਹ ਹੈ ਵੀ ਜਿਹੜਾ ਇਹ ਕੰਮ ਕਰਦਾ ਪਰ ਉਹਦੇ ਅੰਦਰ ਇਮਾਨਦਾਰੀ, ਨਿਤਨੇਮ, ਵਫਾਦਾਰੀ, ਆਪਣੇ ਕੰਮ, ਚੰਗਾ ਮਨੁੱਖ ਹੈ, ਪਰ ਕਿੱਤਾ ਉਹਦਾ ਉਹ ਇਹ ਹੈ ਬੇਟੇ, ਹਨਾ। ਇੱਕ ਤਾਂ ਉਹ ਹੈ, ਉਹਨੂੰ ਅਸੀਂ ਕਹਾਂਗੇ ਵੀ ਇਹਦਾ ਧਰਮ ਹੀ ਨਹੀਂ ਹੈਗਾ। ਪਰ ਇੱਕ ਉਹ ਹੈ, ਅੰਮ੍ਰਿਤ ਵੀ ਛਕਿਆ, ਦਾੜੀ ਕੇਸ ਵੀ ਰੱਖਿਆ, ਗਾਤਰਾ ਵੀ ਸ਼੍ਰੀ ਸਾਹਿਬ ਵੀ ਪਾਈ ਹੋਈ ਹੈ, ਸਾਰਾ ਕੁਝ ਕਰਦਾ ਹੈ, ਪਰ ਉਹਦੇ ਕਰਮ ਵਿੱਚ ਧਰਮ ਨਹੀਂ ਆਇਆ। ਬੇਈਮਾਨੀ ਕਰਦਾ ਹੈ, ਝੂਠ ਬੋਲਦਾ ਹੈ, ਗਲਤ ਕੰਮ ਸਾਰੇ ਦੁਨੀਆ ਭਰ ਦੇ ਕਰਦਾ ਹੈ। ਬੇਟੇ ਗੁਰੂ ਸਾਹਿਬ ਕਹਿੰਦੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਰਮ ਕਰਕੇ ਅਸੀਂ ਸਿੱਖ ਬਣਦੇ, ਕਿੱਤਾ ਕੋਈ ਵੀ ਹੋ ਸਕਦਾ। ਤੇ ਜਦੋਂ ਸਾਡੇ ਕੋਲ ਸਮਝ ਹੋਊਗੀ ਗੁਰੂ ਦੀ, ਤਾਂ ਅਸੀਂ ਕਿੱਤਾ ਵੀ ਆਪਣਾ ਉਹ ਚੁਣਾਂਗੇ ਜਿਹੜਾ ਸਾਨੂੰ ਚੰਗਾ ਲੱਗੇ। ਇਹ ਨਹੀਂ ਅਸੀਂ ਕਹਿ ਸਕਦੇ ਵੀ ਉਹ ਕਿੱਤਾ ਕਰਨ ਵਾਲਾ ਧਰਮ ਹੀ ਨਹੀਂ ਹੈਗਾ। ਹਾਂਜੀ ਬੇਟੇ, ਅਗਲਾ ਬੱਚਾ। ਸੋ ਬੇਟੇ ਟਾਈਮ ਹੋ ਗਿਆ ਹੈਗਾ। ਜੇ ਕਿਸੇ ਬੱਚੇ ਬੇਟੇ, ਮੈਂ ਇੱਕ ਤੁਹਾਨੂੰ ਹੋਰ ਛੋਟੀ ਜੀ ਗੱਲ 1 ਮਿੰਟ ਚ ਤੁਸੀਂ ਹਾਜ਼ਰੀ ਲਾ ਕੇ ਜਾਇਓ ਨਾ। ਇੱਕ ਗੱਲ ਮੇਰੇ ਧਿਆਨ ਚੋਂ ਨਿਕਲ ਗਈ, ਮੈਂ ਫਿਰ ਭੁੱਲ ਨਾ ਜਾਵਾਂ, ਸੁਣਿਓ। ਸਾਡੇ ਜਿੰਨੇ ਵੀ ਪੇਰੈਂਟਸ, ਮੇਰੀਆਂ ਮਾਵਾਂ ਭੈਣਾਂ, ਕਾਫੀ ਗਿਣਤੀ ਚ ਤੁਸੀਂ ਅੱਜ ਬੈਠੇ ਬੱਚਿਆਂ ਨਾਲ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਮੈਰਿਜ ਹੁੰਦੀ ਹੈ ਮਾਤਾ ਗੁਜਰ ਕੌਰ ਨਾਲ, 1634 ਦੇ ਵਿੱਚ ਹੁੰਦੀ ਹੈ ਜੀ, ਗੁਰੂ ਤੇਗ ਬਹਾਦਰ ਸਾਹਿਬ ਦੀ ਮੈਰਿਜ। ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਜਨਮ ਹੈ ਉਹ 1666 ਵਿੱਚ ਹੁੰਦਾ ਹੈ, ਵਿਆਹ ਤੋਂ 32 ਸਾਲ ਬਾਅਦ। ਵਿਆਹ ਤੋਂ 32 ਸਾਲ ਬਾਅਦ ਗੁਰੂ ਸਾਹਿਬ ਦਾ ਜਨਮ ਹੁੰਦਾ ਜੀ, ਗੁਰੂ ਗੋਬਿੰਦ ਸਿੰਘ ਦਾ। ਇੱਥੋਂ ਇੱਕ ਮੈਸੇਜ ਇਹ ਹੈ, ਜਿਹੜੀ ਗੱਲ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਮੇਰੀਆਂ ਭੈਣਾਂ ਮਾਵਾਂ ਦੇ, ਵੀ ਅੱਜ ਸਾਡੀਆਂ ਸਮਾਜਿਕ ਪ੍ਰੋਬਲਮਾਂ ਇਹ ਨੇ ਵੀ ਜਿਹੜੀ ਲੜਕੀ ਮੈਰਿਜ ਹੋ ਗਈ, ਸਾਲ ਹੋ ਗਿਆ, 2 ਸਾਲ ਹੋ ਗਿਆ, ਉਹਦੇ ਕੋਲ ਕੋਈ ਬੱਚੇ ਨੇ ਜਨਮ ਨਹੀਂ ਲਿਆ, ਤਾਂ ਉਹਦੇ ਨਾਲ ਸਾਡਾ ਬਿਹੇਵੀਅਰ, ਸਾਡੀ ਬੋਲ ਚਾਲ, ਸਾਡਾ ਰਹਿਣ ਸਹਿਣ ਦਾ ਤਰੀਕਾ, ਉਹਦੇ ਨਾਲ ਅਸੀਂ ਕਿਵੇਂ ਪੇਸ਼ ਆਉਂਦੇ ਹਾਂ ਸਮਾਜਿਕ ਤੌਰ ਤੇ, ਉਹ ਸਾਡਾ ਬਦਲ ਜਾਂਦਾ ਹੈ। ਪਰ ਸਾਡੇ ਗੁਰੂ ਸਾਹਿਬ ਦੇ ਦਾ ਜਨਮ 32 ਸਾਲ 1634 66 ਚੋਂ 34 ਕੱਢ ਲਿਓ ਜੀ ਤੁਸੀਂ ਸਾਰੇ। ਇਹ ਤੋਂ ਸਿੱਖਿਆ ਇਹ ਮਿਲੀ ਵੀ ਮਾਤਾ ਗੁਜਰ ਕੌਰ ਜੀ ਨੇ ਇੰਨਾ ਟਾਈਮ ਵਿਆਹ ਤੋਂ ਬਾਅਦ ਬੇਟ ਜਨਮ ਹੋਣ ਤੋਂ ਭਾਵ ਸਾਡੇ ਲਈ ਇੱਕ ਸਿੱਖਿਆ ਹੈ ਵੀ ਬੱਚਾ ਇੰਨੀ ਦੇਰ ਬਾਅਦ ਵੀ ਸਾਡੇ ਘਰ ਚ ਆ ਸਕਦਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਹੈ ਜੀ ਬੇਬੇ ਨਾਨਕੀ, ਉਹਨਾਂ ਦੇ ਬੱਚੇ ਹੀ ਕੋਈ ਨਹੀਂ। ਕਿਉਂਕਿ ਅੱਜ ਜਿਹੜਾ ਸਾਡਾ ਸਮਾਜ ਹੈ ਭਾਈ, ਕਿਸੇ ਦੇ ਘਰ ਚ 2 ਬੇਟੀਆਂ ਨੇ ਜਾਂ ਕਿਸੇ ਦੇ ਘਰ ਚ ਪੁੱਤ ਨਹੀਂ ਹੈ, ਇਹ ਕਿਤੇ ਵਿਸ਼ਾ ਆਪਾਂ ਫੇਰ ਲਵਾਂਗੇ ਜੀ ਪੇਰੈਂਟਸ ਦਾ, ਵੀ ਇਹ ਬਹੁਤ ਵੱਡੀ ਸਾਡੇ ਦਿਮਾਗ ਤੇ ਬੋਝ ਹੈ। ਇਸ ਕਰਕੇ ਬੇਬੇ ਨਾਨਕੀ ਦੇ ਘਰ ਵਿੱਚ ਕੋਈ ਬੱਚੇ ਹੀ ਨਹੀਂ ਹੈਗਾ ਜੀ। ਬੱਚੇ ਹੋਣੇ ਨਾ ਹੋਣੇ, ਲੜਕੀ ਹੋਣੀ ਲੜਕਾ ਹੋਣਾ, ਇਹ ਕੋਈ ਮੈਟਰ ਨਹੀਂ ਰੱਖਦਾ ਜ਼ਿੰਦਗੀ ਚ, ਪਰ ਗੁਰੂ ਨਾਲ ਜੁੜਨਾ, ਆਨੰਦ ਚ ਰਹਿਣਾ, ਆਪਣੀ ਜ਼ਿੰਦਗੀ ਨੂੰ ਜਿਉਣਾ, ਮੰਨਣਾ, ਇਹ ਬਹੁਤ ਅਹਿਮੀਅਤ ਹੈ। ਸੋ ਗੁਰੂ ਸਾਹਿਬ ਮਿਹਰ ਕਰਨ ਜੀ। ਪਿਆਰੇ ਬੱਚਿਓ, ਜੋ ਤੁਸੀਂ ਸਿੱਖ ਰਹੇ ਹੋ, ਉਮੀਦ ਹੈ ਕਿ ਤੁਹਾਡੇ ਪੇਰੈਂਟਸ, ਤੁਹਾਡੇ ਮੰਮੀ ਡੈਡੀ, ਬੇਬੇ ਬਾਪੂ ਨਾਲ ਤੁਸੀਂ, ਜੇ ਅੱਜ ਆਪਾਂ ਜਿਹੜੀ ਗੱਲ ਕਰੀ ਹੈ ਵੀ ਰੱਬ ਸਾਡੇ ਰਿਸ਼ਤਿਆਂ ਵਿੱਚ ਹੈ, ਜਿਹੜੇ ਬੱਚੇ ਆਪਣੇ ਬੇਬੇ ਬਾਪੂ ਨੂੰ ਨਹੀਂ ਬੁਲਾਉਂਦੇ, ਉਹਨਾਂ ਕੋਲ ਬਹਿੰਦੇ ਨਹੀਂ, ਜਾਂਦੇ ਨਹੀਂ, ਅੱਜ ਤੋਂ ਬਾਅਦ ਜਿਹੜੇ ਪੇਰੈਂਟਸ ਕੁਛ ਇਸ ਤਰ੍ਹਾਂ ਸੋਚਦੇ ਹੈ ਆਪਣੇ ਸੱਸ ਸਹੁਰੇ ਬਾਰੇ ਜਾਂ ਆਪਣੀ ਨੂੰਹ ਬਾਰੇ, ਸੋ ਹੱਥ ਬੰਨ੍ਹ ਕੇ ਬੇਨਤੀ ਹੈ ਜੀ, ਅਸੀਂ ਇਹ ਰੱਬ ਨੂੰ ਖੁਸ਼ ਕਰੀਏ। ਇਹ ਰੱਬ ਦੀਆਂ ਨਿਕਲੀਆਂ ਹੋਈਆਂ ਅਸੀਸਾਂ ਸਾਨੂੰ એનર્ਜੀ ਦੇਣਗੀਆਂ ਤੇ ਸਾਡੇ ਜੀਵਨ ਵਿੱਚ, ਸਾਡਾ ਕੰਮ 'ਚ ਜੀ ਲੱਗੇਗਾ, ਸਾਡੇ ਸਮਾਜ ਦੇ ਵਿੱਚ ਅਸੀਂ ਇੱਕ ਰੋਲ ਮਾਡਲ ਬਣਾਂਗੇ। ਤੇ ਲੋਕ ਜਦੋਂ ਸਾਨੂੰ ਪੁੱਛਣਗੇ ਵੀ ਭਾਈ ਪਹਿਲਾਂ ਤੂੰ ਆਪਦੇ ਬੇਬੇ ਬਾਪੂ ਨੂੰ ਨਹੀਂ ਸੀ ਬੁਲਾਉਂਦਾ, ਸੱਸ ਸਹੁਰੇ ਨੂੰ ਨਹੀਂ ਸੀ ਬੁਲਾਉਂਦਾ, ਫਿਰ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਦਾ ਹਵਾਲਾ ਦੇ ਕੇ ਫਿਰ ਇਹ ਜੁਰਤ ਨਾਲ ਗੱਲ ਕਿਹੋ, ਕੌਨਫੀਡੈਂਸ ਨਾਲ, ਵੀ ਇਹ ਸਾਨੂੰ ਗਿਆਨ ਗੁਰਬਾਣੀ ਪੜ੍ਹ ਕੇ ਸਮਝ ਕੇ ਮਿਲਿਆ। ਫਿਰ ਅਸੀਂ ਬੇਟੇ, ਕਈ ਬੱਚੇ ਸਵਾਲ ਪੁੱਛਦੇ ਨਾ ਵੀ ਦੂਸਰਿਆਂ ਨੂੰ ਗੁਰੂ ਨਾਲ ਜੋੜਨ ਲਈ ਕੀ ਕਰੀਏ, ਅਸੀਂ ਬੇਟੇ ਰੋਲ ਮਾਡਲ ਬਣੀਏ। ਤਾਂ ਸਾਡਾ ਜੀਵਨ ਦੇ ਵਿੱਚ ਜਦੋਂ ਸਾਡੇ ਲੋਕ ਕੰਮ ਦੇਖਣਗੇ, ਸਾਡੇ ਕੀਤੇ ਹੋਏ ਕੰਮਾਂ ਨੂੰ ਵੇਖ ਕੇ ਲੋਕ ਸਾਨੂੰ ਪੁੱਛਣਗੇ, ਉਸ ਦਿਨ ਅਸੀਂ ਕਹਾਂਗੇ ਇਹ ਸੱਚਾ ਗਿਆਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਤੋਂ ਸਾਨੂੰ ਮਿਲਿਆ, ਆਓ ਤੁਹਾਨੂੰ ਵੀ ਇਹ ਸੱਚਾ ਗਿਆਨ ਦੇ ਦਈਏ, ਤੁਸੀਂ ਵੀ ਸੌਖੇ ਹੋ ਜਾਓ ਭਾਈ। ਸੋ ਸਾਰੀ ਸੰਗਤ ਦਾ ਧੰਨਵਾਦ, ਬੱਚਿਆਂ ਦਾ, ਮਾਵਾਂ ਭੈਣਾਂ, ਵੀਰਾਂ, ਬਜ਼ੁਰਗ ਜਿੰਨੇ ਤੁਸੀਂ ਸਾਰੇ ਆਏ, ਜੀ ਆਇਆਂ ਨੂੰ ਸਭ ਦਾ ਧੰਨਵਾਦ। ਬੜੇ ਪਿਆਰ ਨਾਲ ਤੁਸੀਂ ਕਲਾਸਾਂ ਸਾਰੀਆਂ ਸੁਣ ਰਹੇ ਹੋ ਬੱਚਿਓ, ਜੀਵਨ ਚ ਕਮਾਇਓ। ਸੋ ਸਮੁੱਚੀ ਗੁਰੂ ਨਾਨਕ ਮਲਟੀ ਯੂਨੀਵਰਸਿਟੀ ਐਜੂਕੇਟ ਪੰਜਾਬ ਪ੍ਰੋਜੈਕਟ, ਸਾਰੇ ਹੀ ਪੂਰੀ ਟੀਮ ਦਾ, ਜਿੰਨੇ ਵੀ ਆਪਣੀ ਆਪਣੀ ਜਗ੍ਹਾ ਤੇ ਮੇਰੇ ਭੈਣਾਂ ਵੀਰ ਸੇਵਾ ਨਿਭਾ ਰਹੇ ਨੇ, ਸਭ ਦਾ ਧੰਨਵਾਦ। ਗੁਰੂ ਸਾਹਿਬ ਮਿਹਰ ਕਰਨ।
ਅਸੀਂ ਆਪਣੀਆਂ ਜ਼ਿੰਮੇਵਾਰੀਆਂ ਫਰਜ਼ ਨਿਭਾਈਏ ਤੇ ਰਿਸ਼ਤਿਆਂ ਵਾਲੇ ਰੱਬ ਨੂੰ ਖੁਸ਼ ਕਰੀਏ ਤੇ ਸੱਚੇ ਸਿੱਖ ਬਣ ਕੇ ਜੀਵਨ ਜਿਹੀਆਂ ਹੋਈਆਂ ਭੁੱਲਾਂ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇੱਥੇ ਕੈਂਪ ਦੀ ਸਮਾਪਤੀ ਹੈ। ਕੱਲ ਫਿਰ ਸਾਰਿਆਂ ਨੇ ਇਸੇ ਤਰ੍ਹਾਂ 4 ਵਜੇ ਜੁੜਨਾ ਜੀ। ਆਪ ਵੀ ਜੁੜੀਏ ਤੇ ਹੋਰਨਾਂ ਨੂੰ ਵੀ ਪ੍ਰੇਰੀਏ ਕਿ ਜ਼ਰੂਰ ਇਸ ਕੈਂਪ ਨੂੰ ਅਟੈਂਡ ਕਰੀਏ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਖੁਸ਼ੀਆਂ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਭੈਣ ਜੀ।